ਜਾਓ ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੇ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟੇ ਇੰਦਰ ਇੰਦਰਾਣ ਸਾਹੀ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰਬੰਡੰ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲ ਬਿਖ ਹਰਣੰ ਅਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤ ਪਾਰਣ ਜੈ ਤੇ ਗੰ ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ ਤੀਰ ਤੁਹੀ ਸਹਿਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਭਵ ਪਾਰ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਤਰ ਭੀਅੰ ਨਮਸਕਾਰ ਤੇਅੰ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਈ
कहा बुद्ध प्रभ तुष हमारी, बरन सका महिमा जो तिहारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। गौड़ी माला महला पंजवा। मूकाओ एह बिद को समझावै, करता हुए जनावै। मूकाओ एह बिद को समझावै, करता हुए जनावै। रहा अनजानत किश इन्ह कमानो, जप तप कछु ना साधा। दह दिस लै एहु मन दौरायो, कवन करम कर बाधा। मन तन धन भूम का ठाकुर, हाँ इसका एहु मेरा। भरम मोह कश सूझस नाही, एह पैखर पए पैरा। तब एहु कहा कमावन परया, जब एह कछु न होता। जब एक निरंजन निरंकार प्रभु, सब किछ आप है करता। अपने करतब आपे जाने, जिन एहु रचन रचाया। कहु नानक करणहार है आपे, सतगुर परम चुकाया। अपने करतब आपे जाने, जिन एहु रचन रचाया। कहु नानक करणहार है आपे, सतगुर परम चुकाया। वाहिगुरु जी का खालसा, वाहिगुरु जी की फतेह। पतत पावन भगत वशल, करुणा निधान परम पिता परमेश्वर अकाल पुरख वाहिगुरु जी दे सरगुण स्वरूप गुर परमेश्वर वालिए कायनात साहिबे कमाल अमृत के दाते पंथ के वाली नीले दे शाह असवार कलगीधर दशमेश पिता संतां दे सहाई गरीबां दे रक्षक दुष्टां दे भक्षक सरबंसदानी तख्तां वाले ताजां वाले फौजां वाले बाजां वाले शाही शहनशाह गुरु गोबिंद सिंह गरीब निवाज सतगुरु जी सरबत जियां दे उपर बेअंत किरपालता बख्शिश रहमत करके अपने पावन सतयुगी तप स्थान तखत सचखंड श्री हजूर श्री अबचल नगर साहिब जी दे सुख दे दर्शन दीदार मेले साहित तखत चवर छत्र सिंघासन के मालिक बाणी के बोहित नाम के जहाज प्रगट गुरां की देह साहिब श्री गुरु ग्रंथ साहिब सच्चे पातशाह महाराज साहब जी की सत संगत रूपी गोद बख्शिश करके सबना नूं अपनी उपदेश रूपी अमृत गुरबाणी दे नाल निहाल किरतार्थ कर रहे ने। वडभागी जना ने सतगुरु जी दे नेम वालियां ने प्रेम वालियां ने
ਦੂਰੋਂ ਨੇੜਿਓਂ ਦੇਸਾਂ ਪ੍ਰਦੇਸਾਂ ਵਿਦੇਸਾਂ ਚੋਂ ਚੱਲ ਕਰਕੇ ਆ ਕਰਕੇ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਪਾਠ, ਸ੍ਰੀ ਮੁਖਵਾਕ ਅਤੇ ਕੀਰਤਨ ਸਰਵਣ ਕਰਕੇ, ਗੁਰਬਾਣੀ ਨੂੰ ਪੜ੍ਹ ਸਰਵਣ ਗਾਇਨ ਕਰਕੇ ਆਤਮ ਆਨੰਦ ਨੂੰ ਮਾਣਿਆ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਵਿਖੇ ਹਾਜ਼ਰੀਆਂ ਭਰਦਿਆਂ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨੇ ਦਾ ਯਤਨ ਕੀਤਾ ਹੈ। ਸਾਧ ਸੰਗਤ ਜੀਓ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਦੇ ਪਾਵਨ ਬਚਨਾਂ ਦੇ ਅਨੁਸਾਰ ਹਰਿ ਜਸ ਸਰਵਣ ਕਰਦਿਆਂ ਸਰਵਣ ਭਗਤੀ ਦੁਆਰਾ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੇ ਦਾ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਤਖਤ ਸਾਹਿਬ ਜੀ ਤੇ ਅੱਜ ਦੁਸਹਿਰੇ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਪਿਛਲੇ ਦਿਨਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੀਰ ਰਸੀ ਯੁੱਧਮਈ ਗੁਰਬਾਣੀ ਦੇ ਪਾਠ ਚੱਲ ਰਹੇ ਸਨ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਪੰਥ ਦੇ ਅੰਦਰ ਇਹ ਪ੍ਰਪਾਟੀ ਆਪ ਚਲਾਵਣਾ ਕੀਤੀ ਹੈ ਤੇ ਪਿਛਲੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਗਏ ਨੇ ਤੇ ਤੱਕਣਾ ਕੀਤਾ ਹੈ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚਖੰਡ ਦਰਬਾਰ ਸਾਹਿਬ ਵਿਖੇ ਨਿਸ਼ਾਨ ਸਾਹਿਬ ਝੁੱਲ ਰਿਹਾ ਹੈ, ਉਸ ਦੇ ਉੱਪਰ ਸ੍ਰੀ ਸਾਹਿਬਾਂ ਦੇ ਚੱਕਰ ਦਾ ਤੇ ਖੰਡੇ ਦਾ ਨਿਸ਼ਾਨ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਝੰਡਾ ਦੇਖਣਾ ਕੀਤਾ ਹੈ, ਨਿਸ਼ਾਨ ਸਾਹਿਬ ਦੇਖਣਾ ਕੀਤਾ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਪੰਥ ਨੂੰ ਉਹ ਤਲਵਾਰਾਂ ਦੇ ਚਿੰਨ੍ਹ ਵਾਲਾ, ਸ੍ਰੀ ਸਾਹਿਬਾਂ ਦੇ ਚਿੰਨ੍ਹ ਵਾਲਾ ਨਿਸ਼ਾਨ ਸਾਹਿਬ ਬਖਸ਼ਿਸ਼ ਕਰਨਾ ਕੀਤਾ ਹੈ। ਸ੍ਰੀ ਅਸ ਧੁਜਜੂ ਕਰੀ ਹਉ ਰਛਾ ਅਥਵਾ ਖੜਗ ਕੇਤ ਮੈਂ ਸਰਨ ਤਿਹਾਰੀ। ਖੜਗ ਸ੍ਰੀ ਸਾਹਿਬ, ਕੇਤ ਨਾਮ ਝੰਡੇ ਦਾ ਹੈ, ਜਿਸ ਦੇ ਝੰਡਿਆਂ ਦੇ ਉੱਪਰ ਨਿਸ਼ਾਨ ਸਾਹਿਬਾਂ ਦੇ ਉੱਪਰ ਸ੍ਰੀ ਸਾਹਿਬ ਦੇ ਨਿਸ਼ਾਨ ਨੇ। ਹੇ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਪਿਆ ਹਾਂ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੀ ਐਸਾ ਹੀ ਨਿਸ਼ਾਨ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਦਰਸਾਇਆ ਹੈ। ਜੋ ਵਾਹਿਗੁਰੂ ਜੀ ਦੇ ਦਰ ਤੇ ਨਿਸ਼ਾਨ ਸਾਹਿਬ ਹੈ, ਉਹ ਵਾਹਿਗੁਰੂ ਜੀ ਦੀ ਫੌਜ ਨੂੰ, ਵਾਹਿਗੁਰੂ ਜੀ ਦੀ ਆਰਮੀ ਨੂੰ, ਖਾਲਸਾ ਪੰਥ ਨੂੰ ਬਖਸ਼ਿਸ਼ ਕਰਨਾ ਕੀਤਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਅਥਵਾ ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤ ਸੰਗਾ। ਐਸਾ ਪ੍ਰਮਾਤਮਾ ਜੀ ਦਾ ਜੋ ਸਰਗੁਣ ਸਰੂਪ ਹੈ ਪ੍ਰਗਟ ਕਰਨਾ ਕੀਤਾ ਹੈ। ਉਹ ਸੰਖ ਦੇ ਧਾਰਨ ਕਰਨ ਵਾਲਾ ਹੈ, ਗਦਾ ਗੁਰਜ ਦੇ ਧਾਰਨ ਕਰਨ ਵਾਲਾ ਹੈ, ਚੱਕਰ ਦੇ ਧਾਰਨ ਕਰਨ ਵਾਲਾ ਹੈ। ਇਸੇ ਪ੍ਰਕਾਰ ਜਪੇ ਹੋ ਸਾਰਿੰਗ ਪਾਣੀ। ਜਿਸ ਪ੍ਰਮਾਤਮਾ ਜੀ ਨੇ ਸਾਰਿੰਗ ਨਾਮ ਦਾ ਧਨੁਖ ਆਪਣੇ ਪਾਣੀ ਪਾਨ ਹੱਥਾਂ ਦੇ ਅੰਦਰ ਧਾਰਨ ਕੀਤਾ ਹੋਇਆ ਹੈ, ਤੇ ਇਸ ਨੂੰ ਤੀਰ ਕਮਾਨ ਦੇ ਸਹਿਤ, ਸ਼ਾਸਤਰਾਂ ਦੇ ਸਹਿਤ ਸਨੱਧਬੱਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਅੰਦਰ ਕਥਨ ਕਰਨਾ ਕੀਤਾ ਹੈ। ਤੇ ਪਿਛਲੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਨੇ 10 ਜਾਮੇ ਧਾਰਨ ਕੀਤੇ ਨੇ ਤੇ ਸਮੇਂ ਸਮੇਂ ਅਨੁਸਾਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕਰਕੇ ਸ਼ਸਤਰ ਨੂੰ ਧਾਰਨ ਕਰਨਾ ਕੀਤਾ ਹੈ। ਤੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਘਰ ਦੀ ਮਰਿਆਦਾ ਹੈ ਸ਼ਸਤਰਾਂ ਦਾ ਪੂਜਨ ਕਰਨਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਣਾ ਕਰਦੇ ਨੇ। ਸ੍ਰੀ ਪਦ ਪ੍ਰੇਮ ਪ੍ਰਕਾਸ਼ ਗ੍ਰੰਥ ਦੇ ਅੰਦਰ ਬਾਬਾ ਸੁਮੇਰ ਸਿੰਘ ਸਾਹਿਬ ਜੀ ਲਿਖਣਾ ਕਰਦੇ ਨੇ। ਇਸੇ ਪ੍ਰਕਾਰ ਤਵਾਰੀਖ ਗੁਰੂ ਖਾਲਸਾ ਬੰਸਾਵਲੀ ਨਾਮਾ ਤੇ ਗੁਰਬਿਲਾਸ ਪਾਤਸ਼ਾਹੀ 10ਵੀਂ, ਇਹਨਾਂ ਸਾਰੇ ਹੀ ਗ੍ਰੰਥਾਂ ਦੇ ਅੰਦਰ ਇਸ ਇਤਿਹਾਸਕ ਸਾਖੀ ਦਾ ਵਰਣਨ ਮਿਲਦਾ ਹੈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰੁੱਤ ਦੇ 32ਵੇਂ ਅਧਿਆਏ ਦੇ ਅੰਦਰ ਲਿਖਣਾ ਕਰਦੇ ਨੇ ਕਿ ਜਿਹੜੀ ਬਰਸਾਤ ਦੀ ਰੁੱਤ ਹੈ ਇਹ ਲੰਘ ਗਈ ਹੈ। ਸਾਉਣ ਭਾਦਰੋਂ ਦੇ ਮਹੀਨੇ ਸੁੱਖਾਂ ਦੇ ਸਹਿਤ ਲੰਘ ਗਏ ਨੇ। ਫਿਰ ਅੱਸੂ ਤੇ ਕੱਤਕ ਦਾ ਮਹੀਨਾ ਆਇਆ ਹੈ, ਇਸ ਨੂੰ ਸਰਦ ਰੁੱਤ ਆਖਿਆ ਜਾਂਦਾ ਹੈ। ਗਰਮੀ ਲੰਘ ਜਾਂਦੀ ਹੈ, ਸਰਦੀ ਦੀ ਪ੍ਰਾਰੰਭਤਾ ਹੁੰਦੀ ਹੈ। ਜਿਵੇਂ ਅੱਜ ਕੱਤਕ ਦਾ ਮਹੀਨਾ ਚੱਲ ਰਿਹਾ ਹੈ ਤੇ ਪੰਜਾਬ ਦੀ ਧਰਤੀ ਤੇ ਜੋ ਗਰਮੀ ਸੀ ਉਹ ਘਟ ਚੁੱਕੀ ਹੈ ਤੇ ਠੰਡ ਨੇ ਆਪਣੇ ਪੈਰ ਪਸਾਰ ਦਿੱਤੇ ਨੇ। ਸੋ ਸਰਦ ਰੁੱਤ ਆਈ ਹੈ ਤੇ ਇਸ ਵੇਲੇ ਸਰਦ ਰੁੱਤ ਦੇ ਵਿੱਚ ਨਵਰਾਤਰਿਆਂ ਦੇ ਦਿਨ ਆਏ ਨੇ। ਹਿੰਦੂ ਧਰਮ ਦੇ ਅੰਦਰ 9 ਦੇਵੀਆਂ ਦਾ 9 ਦਿਨਾਂ ਦੇ ਅੰਦਰ ਪੂਜਨ ਹੁੰਦਾ ਹੈ।
ਮੰਨਿਆ ਜਾਂਦਾ ਹੈ ਦੁਰਗਾ ਦੇਵੀ ਨੇ 9 ਅਵਤਾਰ ਧਾਰੇ ਨੇ। ਇਸ ਪ੍ਰਕਾਰ ਉਸ ਦੇ 9ਵੇਂ ਹੀ ਅਵਤਾਰਾਂ ਦੀ 9 ਦਿਨਾਂ ਦੇ ਅੰਦਰ ਪੂਜਾ ਹੁੰਦੀ ਏ। ਤੇ ਉਹਨਾਂ ਪੂਜਾ ਤੋਂ ਉਪਰੰਤ 9 ਦੇਵੀਆਂ ਦੇ ਪੂਜਨ ਤੋਂ ਬਾਅਦ ਜਿਹੜਾ ਅੱਜ ਦਾ ਦਿਨ ਆਉਂਦਾ ਉਹ ਦੁਸਹਿਰੇ ਦਾ ਦਿਨ ਹੈ। ਹਿੰਦੂ ਧਰਮ ਦੇ ਅੰਦਰ ਇਸ ਦਿਨ ਦੀ ਮਾਨਤਾ ਹੈ ਕਿ ਭਗਵਾਨ ਸ੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰ ਕਰਕੇ ਤੇ ਸੀਤਾ ਜੀ ਨੂੰ ਲੰਕਾ ਤੋਂ ਵਾਪਸ ਲੈ ਆਉਣਾ ਕੀਤਾ ਸੀ। ਦੁਸਹਿਰੇ ਵਾਲੇ ਦਿਨ ਦਹ ਸਿਰ ਭਾਵ ਜੋ ਰਾਵਣ ਸੀ 10 ਸਿਰਾਂ ਵਾਲਾ ਤੇ ਇਸ ਨੂੰ ਮਾਰਨਾ ਕੀਤਾ ਹੈ। ਤੇ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਮੁਖੀ ਸਿੱਖਾਂ ਦੇ ਸਮੇਤ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਵੇਂ ਹਿੰਦੂ ਧਰਮ ਦੇ ਅੰਦਰ ਦੁਸਹਿਰਾ ਮਨਾਇਆ ਜਾਂਦਾ, ਦੇਵੀ ਦਾ ਪੂਜਨ ਕੀਤਾ ਜਾਂਦਾ ਹੈ, ਸਿੱਖ ਸੰਗਤਾਂ ਇਹਨਾਂ ਦਿਨਾਂ ਵਿੱਚ ਭਰਮ ਕਰਕੇ ਦੇਵੀ ਪੂਜਾ ਵਾਲੇ ਪਾਸੇ ਜਾਂ ਦੇਵਤੇ ਦੀ ਪੂਜਾ ਵਾਸਤੇ ਨਾ ਚਲੀਆਂ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪੰਥ ਦੇ ਤਾਈਂ ਕੀ ਹੁਕਮ ਹੈ ਜੀ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਭਾਈ ਦਇਆ ਸਿੰਘ ਸਾਹਿਬ ਜੀ ਨੂੰ, ਦਇਆ ਸਿੰਘਾ, ਗੁਰੂ ਘਰ ਦਾ ਸਿਧਾਂਤ ਹੈ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਤੇ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦਾ ਖਾਲਸਾ ਅਕਾਲ ਦਾ ਤਾਂ ਨਿਤ ਪੁਜਾਰੀ ਹੈ, ਪਰ ਜਿਵੇਂ ਇਹਨਾਂ 9 ਦਿਨਾਂ ਦੇ ਅੰਦਰ ਵਿਸ਼ੇਸ਼ ਕਰਕੇ ਦੇਵੀ ਦੀ ਪੂਜਾ ਕੀਤੀ ਜਾਂਦੀ ਏ, ਆਪ ਜੀ ਦੇ ਦਰ ਤੇ ਆਉਣ ਵਾਲੇ ਭੋਲੇ ਭਾਲੇ ਸਿੱਖ ਭਰਮ ਕਰਕੇ ਉਧਰ ਨਾ ਜਾਣ, ਵਿਸ਼ੇਸ਼ ਹੁਕਮ ਕੀ ਹੈ। ਤੇ ਕਲਗੀਧਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਜਿਵੇਂ ਸੰਤ ਦਾ ਗੁਰੂ ਸ਼ਬਦ ਹੈ, ਸਿਪਾਹੀ ਦਾ ਗੁਰੂ ਸ਼ਾਸਤਰ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਸਭਨਾਂ ਨੂੰ ਜ਼ੁਬਾਨੀ ਯਾਦ ਹੋਣਗੇ, ਕੰਠ ਹੋਣਗੇ। ਗੁਰੂ ਕਲਗੀਧਰ ਸਾਹਿਬ ਜੀ ਫਰਮਾਵਣਾ ਕਰਦੇ ਨੇ, ਆਸ ਕਿਰਪਾਨ ਖੰਡੋ ਖੜਗ ਤੋਪਕ ਤਬਰ ਅਰ ਤੀਰ, ਸੈਫ ਸਰੋਹੀ ਸਹਿਥੀ ਯਹ ਹਮਾਰਾ ਪੀਰ। ਇਹ ਜਿਹੜੇ ਸ਼ਾਸਤਰ ਨੇ ਰੱਖਿਆ ਕਰਨ ਵਾਲੇ ਨੇ, ਸਰਬ ਲੋਹ ਦੀ ਸਾਨੂੰ ਰਖਵਾਲੀ ਹੈ, ਸਭਨਾਂ ਦੀ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਸਿਪਾਹੀ ਦਾ ਜਿਹੜਾ ਗੁਰੂ ਹੈ ਉਹ ਸ਼ਾਸਤਰ ਹੋਇਆ ਕਰਦਾ ਹੈ। ਤੇ ਭਾਈ ਦਇਆ ਸਿੰਘ ਸਾਹਿਬ ਜੀ ਇਹਨਾਂ 9 ਦਿਨਾਂ ਦੇ ਵਿੱਚ ਜਦੋਂ ਕਿ ਹਿੰਦੂ ਧਰਮ ਦੇ ਅੰਦਰ ਦੇਵੀਆਂ ਦਾ ਪੂਜਨ ਕੀਤਾ ਜਾਂਦਾ ਹੈ, ਇੱਥੇ ਸ਼ਾਸਤਰਾਂ ਦਾ ਪੂਜਨ ਹੋਵੇਗਾ। ਗੁਰੂ ਕਾ ਸਿੱਖ ਸੰਤ ਸਿਪਾਹੀ ਹੈ, ਜਿੱਥੇ ਸ਼ਬਦ ਦੀ ਪੂਜਾ ਕਰਨੀ ਉੱਥੇ ਸ਼ਾਸਤਰ ਦੀ ਪੂਜਾ ਵੀ ਕਰਨੀ ਹੈ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ ਕਿ ਮਾਰਵਾੜ ਦੇਸ਼ ਤੋਂ ਭਾਈ ਰਾਮ ਸਿੰਘ ਜੀ ਦੇ ਸਮੇਤ ਬਹੁਤ ਸਾਰੇ ਸਿਕਲੀਗਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਆਏ ਹੋਏ ਨੇ। ਤੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਪ੍ਰਵਚਨ ਫਰਮਾਵਣਾ ਕੀਤਾ, ਸਿੱਖੋ ਤੋਸ਼ੇ ਖਾਨੇ ਦੇ ਵਿੱਚ ਜਿਤਨੇ ਵੀ ਸ਼ਾਸਤਰ ਨੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ। ਇਹਨਾਂ 9 ਦਿਨਾਂ ਦੇ ਅੰਦਰ ਸ਼ਾਸਤਰਾਂ ਦੀ ਸੇਵਾ ਹੋਏਗੀ, ਸ਼ਾਸਤਰਾਂ ਦਾ ਮਾਰਜਨ ਕੀਤਾ ਜਾਵੇਗਾ, ਮਾਂਜਿਆ ਜਾਵੇਗਾ। ਜ਼ਰ ਰੂਪੀ ਜੰਗਾਲ ਰੂਪੀ ਜਿਹੜੀ ਮੈਲ ਲੱਗੀ ਏ ਤੇ ਇਸ ਨੂੰ ਸਾਫ਼ ਕੀਤਾ ਜਾਵੇਗਾ। ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਵੱਡੇ ਵੱਡੇ ਤੀਰ ਕਮਾਨ, ਛੋਟੇ ਕਮਾਨ, ਬੰਦੂਕਾਂ, ਜ਼ੰਬੂਰੇ, ਰਹਿਲਕਾਂ, ਛੋਟੀਆਂ ਤੋਪਾਂ, ਵੱਡੀਆਂ ਤੋਪਾਂ, ਪਿਸਤੌਲ, ਤਮਾਚੇ ਇਤਿਆਦਿਕ ਕੱਢੇ ਗਏ ਨੇ। ਕਿਰਚਾਂ ਕੱਢੀਆਂ ਗਈਆਂ ਨੇ, ਸੈਫ ਕੱਢੀਆਂ ਗਈਆਂ ਨੇ, ਸਰੋਹੀ ਕੱਢੀਆਂ ਗਈਆਂ ਨੇ, ਤਲਵਾਰਾਂ ਕੱਢੀਆਂ ਗਈਆਂ ਨੇ, ਖੜਗਾਂ ਕੱਢੀਆਂ ਗਈਆਂ ਨੇ। ਇਸੇ ਪ੍ਰਕਾਰ ਹਲੱਬ ਦੇਸ਼ ਦੀਆਂ ਬਣੀਆਂ ਹੋਈਆਂ, ਫਾਰਸ ਦੇਸ਼ ਦੀਆਂ ਬਣੀਆਂ ਹੋਈਆਂ, ਯੂਨਾਨ ਦੇਸ਼ ਦੀਆਂ ਬਣੀਆਂ ਹੋਈਆਂ। ਤੇ ਇਸੇ ਹੀ ਪ੍ਰਕਾਰ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਬਨਾਵਟਾਂ ਵਾਲੀਆਂ ਜੋ ਤਲਵਾਰਾਂ, ਸ੍ਰੀ ਸਾਹਿਬਾਂ ਤੇ ਸ਼ਾਸਤਰ ਬਣੇ ਹੋਏ ਨੇ ਨਾ, ਸਮੇਤ ਖੰਜਰਾਂ ਦੇ, ਸਮੇਤ ਛੁਰਿਆਂ ਦੇ, ਸਮੇਤ ਬਰਸ਼ਿਆਂ ਦੇ, ਨਾਗਣੀਆਂ ਦੇ, ਸਭਨਾਂ ਨੂੰ ਬਹੁਤ ਵੱਡੇ ਅਸਥਾਨ ਦੇ ਉੱਪਰ ਖੁੱਲਾ ਪ੍ਰਦਰਸ਼ਿਤ ਕੀਤਾ ਗਿਆ ਹੈ। ਤੇ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਭਾਈ ਰਾਮ ਸਿੰਘ ਜੀ ਜੋ ਸਿਕਲੀਗਰ ਸਿੱਖ ਨੇ, ਆਪਣੇ ਸਾਥੀਆਂ ਦੇ ਸਮੇਤ ਸ਼ਾਸਤਰਾਂ ਨੂੰ ਮਾਂਜਣ ਲੱਗੇ ਨੇ। ਦਿਨ ਵੇਲੇ ਸ਼ਾਸਤਰਾਂ ਨੂੰ ਮਾਂਜਿਆ ਜਾਂਦਾ ਤੇ ਸ਼ਾਮ ਦੇ ਸਮੇਂ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ ਤੇ ਚੰਡੀ ਦੀ ਵਾਰ, ਇਸ ਯੁੱਧਮਈ ਬਾਣੀ ਦਾ ਪਾਠ ਕਰਦੀਆਂ ਸਨ ਸੰਗਤਾਂ। ਰਾਤ ਦੇ ਸਮੇਂ, ਸ਼ਾਮ ਦੇ ਸਮੇਂ ਪਾਠ ਦਾ ਵਕਤ ਤਾਂ ਰੱਖਿਆ ਗਿਆ ਹੈ। ਦਿਨ ਦੇ ਸਮੇਂ ਸਾਰੇ ਗੁਰਸਿੱਖ ਸ਼ਾਸਤਰਾਂ ਦੀ ਸੇਵਾ ਕਰਕੇ, ਸ਼ਾਸਤਰਾਂ ਨੂੰ ਮਾਝ ਕਰਕੇ, ਮੈਲ ਨੂੰ ਲਾਹ ਕਰਕੇ, ਉਤਾਰ ਕਰਕੇ, ਸ਼ਾਮ ਨੂੰ ਸਾਰੇ ਯੁੱਧਮਈ ਬਾਣੀ ਦੇ ਅੰਦਰ ਸੰਗਤ ਦੇ ਅੰਦਰ ਹਾਜ਼ਰੀਆਂ ਭਰ ਸਕਣ, ਪਾਠ ਕਰ ਅਤੇ ਸ਼ਰਵਣ ਕਰ ਸਕਣ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ਼ਾਸਤਰਾਂ ਦੀ ਹੁੰਦੀ ਸੇਵਾ ਦੇਖਣ ਵਾਸਤੇ ਆਏ ਨੇ। ਤੇ ਗਰੀਬ ਨਿਵਾਜ ਸਾਹਿਬ ਜੀ ਨੇ ਕੀ ਤੱਕਣਾ ਕੀਤਾ ਹੈ, ਭਾਈ ਰਾਮ ਸਿੰਘ ਜੀ
ਜੋ ਕਿ ਸ਼ਾਸਤਰ ਨੂੰ, ਸ੍ਰੀ ਸਾਹਿਬ ਨੂੰ ਮਾਂਜ ਰਹੇ ਨੇ, ਸੇਵਾ ਕਰ ਰਹੇ ਨੇ। ਜਿਹੜਾ ਮੁੱਠੇ ਵਾਲਾ ਭਾਗ ਹੈ ਉਹ ਜ਼ਮੀਨ ਤੇ ਰੱਖਿਆ ਹੋਇਆ ਹੈ। ਇਸੇ ਪ੍ਰਕਾਰ ਇੱਕ ਲੱਕੜ ਦਾ ਜੰਤਰ ਹੋਇਆ ਕਰਦਾ ਹੈ, ਜਿਵੇਂ ਇੰਗਲਿਸ਼ ਦੀ ਟੀ ਹੁੰਦੀ ਹੈ ਨਾ, ਇਸ ਪ੍ਰਕਾਰ ਦੀ ਉਸ ਦੀ ਬਣਤਰ ਹੋਇਆ ਕਰਦੀ ਸੀ। ਤੇ ਜਿਵੇਂ ਟੀ ਦੀ ਲੰਬੀ ਡੰਡੀ ਹੁੰਦੀ ਏ, ਉਧਰਲੇ ਪਾਸਿਓਂ ਸ੍ਰੀ ਸਾਹਿਬ ਦੇ ਮੁੱਠੇ ਵਿੱਚ ਫਸਾ ਕਰਕੇ ਪਹਿਲਾਂ ਉਸ ਦੇ ਉੱਪਰ ਬਸਤਰ ਕੱਪੜਾ ਲਪੇਟਿਆ ਜਾਂਦਾ ਸੀ। ਫਿਰ ਮੁੱਠੇ ਦੇ ਵਿੱਚ ਫਸਾ ਕਰਕੇ ਆਪਣਾ ਉੱਪਰ ਪੈਰ ਰੱਖ ਕੇ ਉਸ ਨੂੰ ਦਬਾਇਆ ਜਾਂਦਾ ਸੀ, ਤੇ ਫਿਰ ਜਿਹੜੇ ਸ਼ਾਸਤਰ ਸਨ ਉਹਨਾਂ ਨੂੰ ਮਾਂਜਿਆ ਜਾਇਆ ਕਰਦਾ ਸੀ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਾਮ ਸਿੰਘ ਜੀ ਨੂੰ ਇਸ ਪ੍ਰਕਾਰ ਸ਼ਾਸਤਰਾਂ ਨੂੰ ਮਾਂਜਦਿਆਂ ਤੱਕਿਆ ਤੇ ਬਚਨ ਕਰਨਾ ਕੀਤਾ, ਰਾਮ ਸਿੰਘਾ, ਇਹ ਸ਼ਾਸਤਰ ਕੋਈ ਮਾਮੂਲੀ ਚੀਜ਼ ਨਹੀਂ, ਇਹ ਸ਼ਾਸਤਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਤਿਅੰਤ ਪਿਆਰੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਸ਼ਾਨ ਸਾਹਿਬ ਤੇ ਇਹਨਾਂ ਸ੍ਰੀ ਸਾਹਿਬਾਂ ਦਾ ਨਿਸ਼ਾਨ ਹੈ। ਤੇ ਜਿਹੜੀ ਸ੍ਰੀ ਸਾਹਿਬ ਹੋਇਆ ਕਰਦੀ, ਇਹ ਅਕਾਲ ਦਾ ਮੁੱਖ ਹੋਇਆ ਕਰਦੀ ਏ। ਤਾਂ ਹੀ ਖਾਲਸਾ ਜੀ ਸ੍ਰੀ ਸਾਹਿਬ ਜੀ ਦੇ ਨਾਲ ਲੰਗਰ ਪ੍ਰਸ਼ਾਦ ਨੂੰ ਤੇ ਕੜਾਹ ਪ੍ਰਸ਼ਾਦ ਨੂੰ ਭੋਗ ਲਗਾਇਆ ਜਾਂਦਾ ਨਾ। ਅਕਾਲ ਪੁਰਖ ਜੀ, ਗੁਰ ਪਰਮੇਸ਼ਰ ਅਥਵਾ ਪਾਰ ਬ੍ਰਹਮ ਪਰਮੇਸ਼ਰ ਜੀ ਸ੍ਰੀ ਸਾਹਿਬ ਜੀ ਦੇ ਦੁਆਰਾ ਭੋਜਨ ਨੂੰ ਤੇ ਕੜਾਹ ਪ੍ਰਸ਼ਾਦ ਨੂੰ ਭੋਗ ਲਾਉਂਦੇ ਨੇ, ਭਾਵ ਛਕਦੇ ਨੇ। ਇਹ ਸ੍ਰੀ ਸਾਹਿਬ ਅਕਾਲ ਦਾ ਮੁੱਖ ਹੋਇਆ ਕਰਦੀ, ਅਕਾਲ ਦਾ ਸਰੂਪ ਹੋਇਆ ਕਰਦੀ ਹੈ। ਤੇ ਰਾਮ ਸਿੰਘ, ਤੁਸੀਂ ਪੈਰ ਦੇ ਥੱਲੇ ਦਬਾਇਆ ਹੋਇਆ, ਇਹਨਾਂ ਦਾ ਸਤਿਕਾਰ ਕਰੀਦਾ, ਸ਼ਾਸਤਰਾਂ ਨੂੰ ਕਦੇ ਚਰਨ ਨਹੀਂ ਛੁਹਾਈਦੇ। ਬਚਨ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਰਬਾਰ ਦੇ ਅੰਦਰ ਚਲੇ ਗਏ ਨੇ। ਸੋਹਣੇ ਸਿੰਘਾਸਣ ਦੇ ਉੱਪਰ ਸ਼ੇਰ ਦੀ ਨਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਭ ਰਹੇ ਨੇ। ਬਹੁਤ ਵੱਡੀ ਭਾਰੀ ਗਿਣਤੀ ਦੇ ਅੰਦਰ ਸੰਗਤਾਂ ਆ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀਆਂ ਨੇ, ਮਨ ਇਸ਼ਤ ਪਦਾਰਥ ਪ੍ਰਾਪਤ ਕਰਕੇ ਪ੍ਰਸੰਨ ਚਿੱਤ ਹੋ ਰਹੀਆਂ ਨੇ। ਕੁਝ ਵਕਤ ਤੋਂ ਬਾਅਦ ਕਿਸੇ ਗੁਰਸਿੱਖ ਨੇ ਆ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਤਨੇ ਵੀ ਸਿਕਲੀਗਰ ਸਿੱਖ ਆਪ ਜੀ ਨੇ ਸ਼ਾਸਤਰਾਂ ਦੀ ਸੇਵਾ ਵਾਸਤੇ ਹੁਕਮ ਦੇ ਕਰਕੇ ਲਗਾਏ ਸਨ ਨਾ, ਸੱਚੇ ਪਾਤਸ਼ਾਹ, ਉਹ ਕੋਈ ਵੀ ਸ਼ਾਸਤਰਾਂ ਦੀ ਸੇਵਾ ਨਹੀਂ ਜੇ ਕਰ ਰਿਹਾ। ਸਾਰਿਆਂ ਨੇ ਆਪਣੇ ਸੀਸ ਦੇ ਉੱਪਰ ਸ਼ਾਸਤਰ ਸਜਾਏ ਹੋਏ ਨੇ, ਰੱਖੇ ਹੋਏ ਨੇ, ਤੇ ਮਹਾਰਾਜ ਸਾਰੇ ਚੁੱਪ ਕਰਕੇ ਬੈਠੇ ਨੇ। ਕੋਈ ਅੰਤਰ ਆਤਮੇ ਵਾਹਿਗੁਰੂ ਜਪ ਰਿਹਾ, ਕਿਸੇ ਦੇ ਬੁੱਲ ਹਿਲਦੇ ਨੇ, ਪਤਾ ਲੱਗਦਾ ਜਾਪ ਕਰ ਰਿਹਾ, ਪਰ ਸ਼ਾਸਤਰਾਂ ਦੀ ਸੇਵਾ ਕੋਈ ਨਹੀਂ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੌਤਕ ਕਰਨ ਹਾਰੇ ਮੁਸਕਰਾਏ ਨੇ। ਥੋੜਾ ਥੋੜਾ ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਜੀ ਸਿੰਘਾਸਨ ਤੋਂ, ਗੁਰਤਾ ਗੱਦੀ ਤਖਤ ਤੋਂ ਉੱਠੇ ਨੇ, ਜਿੱਥੇ ਸਾਰੇ ਸਿੱਖਾਂ ਦੀ ਸੇਵਾ ਲਈ ਸੀ ਨਾ, ਸਿਕਲੀਗਰ ਸਿੱਖਾਂ ਦੀ, ਮਾਰਵਾੜ ਤੋਂ ਆਏ ਹੋਇਆਂ ਦੀ, ਸ਼ਾਸਤਰਾਂ ਨੂੰ ਮਾਂਜਣ ਦੀ, ਜਾ ਕਰਕੇ ਤੱਕਣਾ ਕੀਤਾ ਹੈ। ਕਿਸੇ ਨੇ 2 ਸ੍ਰੀ ਸਾਹਿਬਾਂ ਸਿਰ ਤੇ ਰੱਖੀਆਂ ਨੇ, ਕਿਸੇ ਨੇ 4 ਰੱਖੀਆਂ ਨੇ, ਕਿਸੇ ਨੇ 5 ਰੱਖੀਆਂ ਨੇ, ਕਿਸੇ ਨੇ 10 ਰੱਖੀਆਂ ਨੇ। ਜਿੰਨੀ ਜਿੰਨੀ ਕਿਸੇ ਦੀ ਯੋਗਤਾ ਸੀ ਜਾਂ ਜਿਤਨੀਆਂ ਜਿਤਨੀਆਂ ਕਿਸੇ ਨੂੰ ਪ੍ਰਾਪਤ ਹੋਈਆਂ, ਸ਼ਾਸਤਰਾਂ ਨੂੰ ਪਕੜ ਕਰਕੇ ਆਪਣੇ ਸੀਸ ਦੇ ਉੱਪਰ ਰੱਖੇ ਹੋਏ ਨੇ। ਦੋਵਾਂ ਹੱਥਾਂ ਦੇ ਨਾਲ ਸ਼ਾਸਤਰ ਪਕੜ ਕਰਕੇ ਤੇ ਸਾਰੇ ਬੈਠੇ ਹੋਏ ਨੇ, ਕੋਈ ਵੀ ਸ਼ਾਸਤਰਾਂ ਨੂੰ ਮਾਂਜਣ ਦੀ ਸੇਵਾ ਨਹੀਂ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੱਸ ਕਰਕੇ ਪ੍ਰਵਚਨ ਫਰਮਾਉਂਦੇ ਨੇ, ਰਾਮ ਸਿੰਘਾ, ਤੈਨੂੰ ਸੇਵਾ ਬਖਸ਼ੀ ਸੀ ਸਾਥੀਆਂ ਦੇ ਸਮੇਤ ਸ਼ਾਸਤਰ ਮਾਂਜਣ ਦੀ, ਪਰ ਤੁਸੀਂ ਸਾਰੇ ਸੀਸ ਤੇ ਸਜਾ ਕੇ ਬੈਠੇ ਹੋ, ਕੀ ਕਾਰਨ ਹੈ? ਸੇਵਾ ਨਹੀਂ ਕਰਦੇ। ਤੇ ਇਸ ਵੇਲੇ ਬੇਨਤੀ ਕਰਨਾ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਬਚਨ ਕਰਨਾ ਕੀਤਾ ਹੈ, ਸ਼ਾਸਤਰਾਂ ਦਾ ਸਤਿਕਾਰ ਕਰਨਾ ਹੈ। ਮਹਾਰਾਜ, ਸਤਿਕਾਰ ਤੇ ਐਵੇਂ ਹੀ ਹੋ ਸਕਦਾ ਸੀਸ ਤੇ ਰੱਖ ਕੇ, ਜੇ ਮਾਂਜਣਾ ਕਰਾਂਗੇ ਫਿਰ ਤਾਂ ਪੈਰ ਲੱਗ ਹੀ ਜਾਣਾ ਹੈ, ਭਾਵੇਂ ਲੱਕੜ ਦੇ ਉਸ ਜੰਤਰ ਰਾਹੀਂ ਦਬਾਉਂਦੇ ਆ, ਪਰ ਚਰਨ ਤਾਣ ਭੋਲੀ ਛੋ ਜਾਂਦਾ ਹੈ ਨਾ ਗਰੀਬ ਨਿਵਾਜ, ਫਿਰ ਸਤਿਕਾਰ ਤੇ ਐਵੇਂ ਹੀ ਹੋ ਸਕਦਾ ਹੈ। ਕਲਗੀਧਰ ਸੱਚੇ ਪਾਤਸ਼ਾਹ ਜੀ ਕੌਤਕ ਕਰਨ ਹਾਰੇ ਹੱਸ ਕਰਕੇ ਪ੍ਰਵਚਨ ਫਰਮਾਉਣ ਲੱਗੇ, ਰਾਮ ਸਿੰਘਾ, ਤੁਹਾਡੇ ਹਿਰਦੇ ਦੇ ਅੰਦਰ ਸ਼ਾਸਤਰਾਂ ਦਾ ਅਥਾਹ ਸਤਿਕਾਰ ਹੈ, ਪਿਆਰ ਹੈ, ਚੁੱਕ ਕੇ ਸੀਸ ਤੇ ਹੀ ਸਜਾ ਲਏ ਨੇ। ਤੁਹਾਡੇ ਪਿਆਰ ਦੇ ਸਦਕਾ ਤੁਹਾਨੂੰ ਬਖਸ਼ਿਆ। ਤੁਸੀਂ ਸ਼ਾਸਤਰਾਂ ਦੀ ਸੇਵਾ ਕਰੋ, ਮਾਂਜਣਾ ਕਰੋ। ਜੇਕਰ ਅਚਨਚੇਤ ਪੈਰ ਛੋ ਵੀ ਜਾਵੇ ਤੇ ਤੁਹਾਡਾ ਇਹ ਗੁਨਾਹ ਮੁਆਫ, ਤੁਹਾਨੂੰ ਬਖਸ਼ਿਆ। ਤੇ ਇਸ ਵੇਲੇ ਭਾਈ ਰਾਮ ਸਿੰਘ ਜੀ ਸਾਥੀ ਸਿੱਖਾਂ ਦੇ ਸਮੇਤ ਫਿਰ ਸ਼ਾਸਤਰਾਂ ਨੂੰ ਮਾਂਜਣ ਲੱਗੇ ਨੇ। ਇਸ ਪ੍ਰਕਾਰ ਦਿਨ ਵੇਲੇ ਸ਼ਾਸਤਰਾਂ ਨੂੰ ਮਾਂਜਿਆ ਜਾਂਦਾ ਹੈ। ਤੇ ਸਾਧ ਸੰਗਤ ਜੀ, ਹਿਰਦੇ ਵਿੱਚ ਵਿਚਾਰਨਾ ਆ ਜਾਵੇ ਕਿ 9 ਦਿਨ ਸ਼ਾਸਤਰ ਹੀ ਮਾਂਜੀ ਗਏ। ਜਿਹੜਾ ਲੋਹਗੜ੍ਹ ਕਿਲਾ ਹੈ ਨਾ, ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ 5 ਕਿਲਿਆਂ ਦੇ ਵਿੱਚੋਂ ਇਹ ਜਿਹੜਾ ਲੋਹਗੜ੍ਹ ਕਿਲਾ ਸੀ, ਉਸ ਸਮੇਂ ਇਸ ਕਿਲੇ ਦੇ ਅੰਦਰ ਸ਼ਾਸਤਰ ਬਣਾਏ ਜਾਇਆ ਕਰਦੇ ਸਨ। ਇਸ ਪ੍ਰਕਾਰ ਕਹਿ ਲਈਏ, ਸ਼ਾਸਤਰਾਂ ਦੀ ਫੈਕਟਰੀ ਲੋਹਗੜ੍ਹ ਸਾਹਿਬ ਕਿਲੇ ਦੇ ਅੰਦਰ ਸੀ। ਸੈਂਕੜੇ ਕਾਰੀਗਰ ਪੂਰਾ ਦਿਨ ਸਵੇਰ ਤੋਂ ਸ਼ਾਮ ਤੱਕ ਲੱਗ ਕਰਕੇ ਸ਼ਾਸਤਰ ਬਣਾਇਆ ਕਰਦੇ। ਸੈਂਕੜੇ ਸ੍ਰੀ ਸਾਹਿਬਾਂ ਇੱਕ ਦਿਨ ਦੇ ਅੰਦਰ ਬਣ ਜਾਂਦੀਆਂ, ਕਈ ਕਮਾਨਾਂ ਬਣ ਜਾਂਦੀਆਂ, ਸਰੋਹੀਆਂ ਬਣ ਜਾਂਦੀਆਂ, ਸੈਫ ਬਣ ਜਾਂਦੇ, ਖੰਜਰ ਬਣ ਜਾਂਦੇ, ਨੇਜੇ ਬਣ ਜਾਂਦੇ, ਭਾਲੇ ਬਣ ਜਾਂਦੇ। ਤੇ ਇਹ ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰ ਮਰਿਆਦਾ ਨਿਤਾ ਪ੍ਰਤੀ ਦੀ ਸੀ।
ਸੈਂਕੜੇ ਕਾਰੀਗਰ ਹਰ ਰੋਜ਼ ਸ਼ਾਸਤਰ ਬਣਾਉਂਦੇ ਤੇ ਹਜ਼ਾਰਾਂ ਕਹਿ ਲਈਏ ਲੱਖਾਂ ਦੀ ਗਿਣਤੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੋਸ਼ੇਖਾਨਿਆਂ ਦੇ ਅੰਦਰ ਸ਼ਾਸਤਰ ਸਨ। ਇਤਨੇ ਲੱਖਾਂ ਦੀ ਗਿਣਤੀ ਵਿੱਚ ਸ਼ਾਸਤਰ ਨੇ, ਹਰ ਰੋਜ਼ ਮਾਂਜੇ ਜਾਂਦੇ ਨੇ। ਸ਼ਾਮ ਦੇ ਸਮੇਂ ਯੁੱਧਮਈ ਬਾਣੀ ਦਾ ਪਾਠ ਹੁੰਦਾ ਹੈ। ਇਸ ਪ੍ਰਕਾਰ ਦੀ ਜਿਹੜੀ ਮਰਿਆਦਾ ਹੈ ਇਹ 9 ਦਿਨ ਕਲਗੀਧਰ ਸਾਹਿਬ ਜੀ ਦੇ ਹੁਕਮ ਦੇ ਨਾਲ ਚੱਲਦੀ ਰਹੀ। ਹਿੰਦੂ ਧਰਮ ਦੇ ਅੰਦਰ 9 ਦਿਨ 9 ਦੇਵੀਆਂ ਦਾ ਪੂਜਨ ਹੁੰਦਾ ਹੈ ਤੇ ਸਤਿਗੁਰੂ ਜੀ ਦੇ ਘਰ ਵਿਖੇ 9 ਦਿਨ ਸ਼ਾਸਤਰਾਂ ਦਾ ਮਾਂਜਣ ਦੀ ਸੇਵਾ, ਸਾਫ਼ ਕਰਨੇ ਦੀ ਸੇਵਾ ਤੇ ਸ਼ਾਮ ਨੂੰ ਯੁੱਧਮਈ ਬਾਣੀ ਦਾ ਪਾਠ ਹੁੰਦਾ ਹੈ। ਤੇ ਜਿਵੇਂ ਸਾਧ ਸੰਗਤ ਜੀ ਹਿੰਦੂ ਧਰਮ ਦੇ ਅੰਦਰ ਦੁਸਹਿਰਾ ਮਨਾਇਆ ਜਾਂਦਾ, ਰਾਵਣ ਦੇ ਪੁਤਲੇ ਇਤਿਆਦਿਕ ਸਾੜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਨਵੀਂ ਪ੍ਰਪਾਟੀ, ਨਵੀਂ ਮਰਿਆਦਾ ਬਖਸ਼ਿਸ਼ ਕਰਨਾ ਕੀਤੀ ਏ। ਤੇ ਇਹ ਵੀ ਬੇਨਤੀ ਕਰਦੇ ਆ, ਅਸਲ ਦੇ ਵਿੱਚ ਇਹ ਜਿਹੜੀ ਪ੍ਰਪਾਟੀ, ਜਿਹੜੀ ਮਰਿਆਦਾ ਸੀ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਾਰੰਭ ਕਰ ਦਿੱਤੀ ਹੋਈ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਅਸਥਾਨ ਤੇ, ਪਾਵਨ ਮੁਕਾਮ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਹਿਲੀ ਜੰਗ ਲੜਨ ਤੋਂ ਪਹਿਲਾਂ ਸ਼ਾਸਤਰਾਂ ਦਾ ਪੂਜਨ ਕੀਤਾ ਤੇ ਸਿੱਖਾਂ ਤੋਂ ਕਰਵਾਇਆ ਸੀ। ਇਸ ਪ੍ਰਕਾਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਮਰਿਆਦਾ ਆਪਣੇ ਖਾਲਸਾ ਪੰਥ, ਆਪਣੇ ਸਿੱਖ ਪੰਥ ਦੇ ਅੰਦਰ ਪਹਿਲਾਂ ਤੋਂ ਪ੍ਰਾਰੰਭ ਕਰ ਦਿੱਤੀ ਹੋਈ ਸੀ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਮਰਿਆਦਾ ਨੂੰ ਪ੍ਰਪੱਕਤਾ ਦੇ ਸਹਿਤ ਅੱਗੇ ਵਧਾਵਣਾ ਕੀਤਾ ਹੈ ਤੇ ਮੁਕੰਮਲ ਕਰਕੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਉਣਾ ਕੀਤਾ ਹੈ। ਜਿਵੇਂ ਲੰਗਰ ਦੀ ਮਰਿਆਦਾ ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਾਰੰਭ ਕਰ ਦਿੱਤੀ ਸੀ 20 ਰੁਪਈਆਂ ਦਾ ਲੰਗਰ ਲਗਾ ਕਰਕੇ, ਪਰ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ, ਇਸ ਨੂੰ ਵਧਾਇਆ ਹੈ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੇ ਮੁਕੰਮਲ ਰੂਪ ਦੇ ਅੰਦਰ ਪ੍ਰਫੁੱਲਤ ਕੀਤਾ ਹੈ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ। ਮਰਿਆਦਾ ਹੀ ਬਣਾ ਦੇਣਾ ਕੀਤੀ ਏ, ਆਸ਼ਾ ਪੰਗਤ ਪਾਸ਼ਾ ਸੰਗਤ। ਪਹਿਲਾਂ ਲੰਗਰ ਵਿੱਚੋਂ ਭੋਜਨ ਪ੍ਰਸ਼ਾਦਾ ਛਕਣਾ ਹੈ, ਫਿਰ ਸੰਗਤ ਵਿੱਚ ਆ ਕਰਕੇ ਸਤਿਗੁਰੂ ਜੀ ਦੇ ਦੀਦਾਰ ਕਰਨੇ ਨੇ, ਕਥਾ ਕੀਰਤਨ ਤੇ ਪ੍ਰਵਚਨ ਸਰਵਣ ਕਰਨੇ ਨੇ। ਇਸੇ ਪ੍ਰਕਾਰ ਇਸ ਮਰਿਆਦਾ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਾਰੰਭ ਕਰ ਦਿੱਤਾ ਸੀ। ਪਰ 9 ਦਿਨ ਸ਼ਾਸਤਰਾਂ ਨੂੰ ਮਾਂਜਣਾ ਤੇ 10ਵੇਂ ਦਿਨ ਸ਼ਾਸਤਰਾਂ ਨੂੰ ਚਲਾ ਕਰਕੇ ਪੂਜਨ ਕਰਨਾ, ਇਸ ਪ੍ਰਕਾਰ ਮੁਕੰਮਲ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰਨਾ ਕੀਤਾ ਹੈ। 9 ਦਿਨ ਇਹ ਮਰਿਆਦਾ ਚੱਲਦੀ ਰਹੀ ਹੈ। 10ਵਾਂ ਦਿਨ ਆਇਆ ਹੈ, 10ਵੇਂ ਦਿਨ ਵੀ ਇਸੇ ਪ੍ਰਕਾਰ ਸ਼ਾਸਤਰਾਂ ਦੀ ਸੇਵਾ ਹੋਈ ਏ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰੀ ਕੜਾਹ ਪ੍ਰਸ਼ਾਦ ਦੀ ਦੇਗ ਬਣਵਾਈ ਹੈ। ਤੇ ਸਾਧ ਸੰਗਤ ਜੀ, ਇਹ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਹੈ ਨਾ, ਜੋ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੀਸ ਦੇ ਅਗਨ ਭੇਟ ਕਰਨੇ ਦਾ ਸਥਾਨ ਸੀਸਗੰਜ ਸਾਹਿਬ ਹੈ। ਸਤਿਗੁਰੂ ਜੀ ਦੇ ਹੁਕਮ ਦੇ ਨਾਲ ਸਿੱਖ ਦੇਗ ਨੂੰ ਲੈ ਕਰਕੇ ਉਸ ਪਾਵਨ ਮੁਕਾਮ ਤੇ ਪੁੱਜੇ ਨੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਜਾ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਮਸਤਕ ਟੇਕਿਆ ਹੈ, ਨਤਮਸਤਕ ਹੋਏ ਨੇ, ਫਿਰ ਪਰਿਕਰਮਾ ਕੀਤੀਆਂ ਨੇ, ਫਿਰ ਅਰਦਾਸ ਹੋਈ ਹੈ। ਅਰਦਾਸ ਤੋਂ ਬਾਅਦ ਇਹ ਜੋ ਕੜਾਹ ਪ੍ਰਸ਼ਾਦ ਦੀ ਦੇਗ ਸੀ, ਖੁੱਲੇ ਗੱਫੇ ਸਮੂਹ ਖਾਲਸਾ ਪੰਥ ਦੇ ਅੰਦਰ, ਸੰਗਤਾਂ ਦੇ ਅੰਦਰ, ਸਿੱਖਾਂ ਦੇ ਅੰਦਰ ਵਰਤਾਏ ਗਏ ਨੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਮਰਿਆਦਾ ਸਿੱਖਾਂ ਨੂੰ ਦ੍ਰਿੜ ਕਰਾ ਕਰਕੇ ਵਾਪਸ ਆਪਣੇ ਨਿੱਜ ਸਥਾਨ ਤੇ ਆਏ ਨੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੁਝ ਸਮੇਂ ਵਾਸਤੇ ਬਿਰਾਜੇ ਨੇ। ਸਾਹਿਬ ਜੀ ਨੇ ਆਰਾਮ ਫਰਮਾਇਆ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਬਾਬਾ ਸੁਮੇਰ ਸਿੰਘ ਜੀ, ਜੋ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਸ਼-ਬੰਸ਼ ਦੇ ਵਿੱਚੋਂ ਹੋਏ ਨੇ, ਤਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਹੱਡ ਗ੍ਰੰਥੀ ਹੋਏ ਨੇ। ਉਹਨਾਂ ਨੇ ਸ੍ਰੀ ਗੁਰ ਪਦ ਪ੍ਰੇਮ ਪ੍ਰਕਾਸ਼ ਗ੍ਰੰਥ ਜੋ ਹੈ ਲਿਖਣਾ ਕੀਤਾ ਹੈ, ਜਿਸ ਦੇ ਨਾਮ ਤੋਂ ਹੀ ਵਿਦਤ ਹੈ। ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ, ਸਰਬ ਸ਼੍ਰੋਮਣੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਪਦ ਜੋ ਚਰਨ ਹਨ, ਤਿੰਨਾਂ ਚਰਨਾਂ ਦੇ ਨਾਲ ਜੋ ਪ੍ਰੇਮ ਪਿਆਰ ਹੈ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਵੇਗਾ। ਭਾਵ ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰੇਮੀ ਹੋ ਜਾਵੇਗਾ। ਬਾਬਾ ਸੁਮੇਰ ਸਿੰਘ ਜੀ ਵੀ ਲਿਖਣਾ ਕਰਦੇ ਨੇ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ। ਕੁਝ ਸਮਾਂ ਦੁਪਹਿਰ ਦੇ ਸਮੇਂ ਆਰਾਮ ਫਰਮਾ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਜੀ ਸੁਚੇਤ ਹੋਏ ਨੇ। ਸ਼ੌਚ ਕਿਰਿਆ ਉਪਰੰਤ ਕੇਸੀ ਇਸ਼ਨਾਨ ਕਲਗੀਧਰ ਸਾਹਿਬ ਜੀ ਨੇ ਕੀਤਾ ਹੈ। ਕੇਸੀ ਇਸ਼ਨਾਨ ਕਰਕੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੇਸਾਂ ਨੂੰ ਹਰਿਆ ਕਰਨਾ ਕੀਤਾ ਹੈ। ਮਖਮਲ ਦਾ ਬੜਾ ਸੋਹਣਾ ਤੇ ਪਤਲਾ ਜਿਹਾ ਮਹੀਨ ਬਸਤਰ ਆਪਣੇ ਕੇਸਾਂ ਦੇ ਉੱਪਰ ਲੈ ਕਰਕੇ ਕੇਸਾਂ ਨੂੰ ਹਰਿਆ ਕਰਨਾ ਕੀਤਾ ਹੈ। ਆਮ ਕਰਕੇ ਦੁਨਿਆਵੀ ਲੋਕ ਕਹਿ ਦਿੰਦੇ ਵਾਲ ਸਕਾਉਣਾ, ਤੇ ਸਤਿਗੁਰੂ ਜੀ ਦੇ ਬਚਨ ਰਹਿਤਨਾਮਿਆਂ ਦੇ ਅੰਦਰ ਆਉਂਦੇ ਨੇ, ਕੇਸੋਂ ਕੋ ਬਾਲ ਕਹੇ ਸੋ ਤਨਖਾਹੀਆ।
सतगुरु सच्चे पातशाह जी ने केस गुरु की मोहर बचन करना कीते ने ते सत्कार वास्ते उचारना कीता है। जेड़ा केसां नूं वाल कवे वो तनखाइया है, गुरसिख ने केस कहना है, वाल नहीं कहना। इसे प्रकार केसां नूं उपर बस्तर रखे तो बिना तुरे नहीं फिरना, एक जगह ते बैठ करके हवा अथवा धुप लवा करके फिर केस हरे करने ने। साध संगत जी केस सिखी दी जड़ ने, ते कुछ भोले विचारे कह दिंदे ने केस सुकाउणे, जे जड़ ही सुक गई ते सिखी दा बूटा प्रफुल्लित किवें होएगा। इस प्रकार केस हरे करने ये केसां दे सत्कार वास्ते शब्द है। कदे भी वाल सुकाउणे जां केस सुकाउणे ऐसा बचन गुरसिख दे मूहों नहीं उचरना चाहिए, नहीं बोलना है। कलगीधर साहिब जी ने तो इतना ज्यादा सन्मान देना कीता, केसां नूं के बचन करना कीता है। जेड़े केस ने गुरु की मोहर ने ते गुरु दी मोहर दा सत्कार गुरु दे बराबर करे। जिन्ना सत्कार गुरबाणी दियां पोथियां दा, गुटका साहिबान जी दा, श्री गुरु ग्रंथ साहिब जी दा, गुरबाणी दा करीदा ना, इन्ना सत्कार केसां दा करना है। गुर की शाप गुर सम जाना है, शाप दा अर्थ है मोहर। गुरु की मोहर, गुरु के बख्शे हुए केस गुरु के बराबर जाने। अदब केस का गुर सम ठाना है, केसां दा सत्कार गुरु गुरबाणी दे तुल करना है। जूठे मिठे थंधे इत्यादि हथ नहीं लाने। पैरां वाले, लत्तां वाले, कशहरे वाले, भोजन प्रसाद वाले, घट्टे मिट्टी वाले भुल के भी हथ केसां नूं नहीं लगाउणे हन। जिवें गुटका साहिब नूं पहिलां हथ लाउण तो हथ सुच्चे कीते जांदे फिर लगाए जांदे ने ना, पहिलां सुच्चे हथ करके फिर ही केसां नूं लगाउणे ने। कलगीधर साहिब जी ने केसां नूं हरिया करना कीता है। ते कवि जी बड़ा सुंदर व्याख्यान करते ने। फिर गरीब नवाज सतगुरु जी ने अपने हस्त कमलों के नाल केसां नूं कंगा करके सोहना जूड़ा सजाया है अपने सीस दे उपर। फिर सोहना दमाला सतगुरु गरीब नवाज कलगीधर साहिब जी ने अपने सीस दे उपर सजाया है। चक्कर सजाए ने, जगह शोभनीक कीती है, कलगी नूं सजावना कीता है। गरीब नवाज सतगुरु जी ने सोहने वस्त्र अपने शरीर ते पहने ने। फिर जो जड़ाऊ गहने ने गरीब नवाज साहब जी ने शरीर ते धारण करना कीते ने। सतगुरु कलगीधर सच्चे पातशाह महाराज साहब जी ने फिर तीरां दा जो पत्था है अपने सज्जे मोढे दे उपर सजा करके बन्नना कीता है, डोरी दे नाल खिच करके। अपने गात्रे वड्डी श्री साहब कलगीधर साहब जी ने सजावना कीती है। कमर कसे दे जेड़े शास्त्र कटार इत्यादिक ने कमर कसे दे अंदर सजाए ने। एक तमाचा भाव पस्तौल कलगीधर साहब जी ने गात्रे दे अंदर सजाया है। फिर गरीब नवाज साहब जी ने मोढे दे उपर कमान पाई है। सनदबद्ध होए ने, वस्त्रां तो उपरंत शास्त्र सजाए ने ते सतगुरु जी दे हुक्म दे अनुसार फिर नीला घोड़ा सिख लै करके आए ने। कलगीधर सच्चे पातशाह जी महाराज घोड़े ते सवार होए ने तो हुण अपनी खालसा फौज दी कवायद देखण वास्ते गए ने। ये फौज दे रूल होया करदे ने, कवायदां करनियां। महाराजा रणजीत सिंह साहब जी दियां फौजां दी ਜਿਹੜੀ कवायद होया करदी सी, अंग्रेज भी देख करके हैरान रह जाया करते सन। उस दे विच फौजां दे वख-वख आकार बनाए जाते हैं, जिवें चक्कर दा आकार, मुक्ता आकार, गरुड़ दा आकार इत्यादिक वख-वख आकार बनाए जाते हैं। जिस प्रकार गरुड़ उड़दा होवे, बाज उड़दा होवे, खंभ उसदे खुले होण ते अगे नूं उसदा सिर हुंदा है। खंभ जिहड़े ने साइडां नूं फैलाव विच हुंदे ने, पिछे नूं आकार पूछदा हुंदा है। जिवें उड़दे दे पसारे होए बाज दा अथवा गरुड़ दा स्वरूप हुंदा जां परछावां उड़दे दा धरती ते पैंदा ना, इस प्रकार फौज दा आकार बनाउणा, इस नूं गरुड़ आकार धारण करके कवायद आख्या जांदा है। गरुड़ व्यू इस दा नाम है। सतगुरु जी दी खालसा फौज ने जिहड़ा आकार बनाया वो गरुड़ व्यू बनाया है। सबना ने शास्त्र सजाए ने ते कवि जी लिखना करते ने, छोटियां तोपां घोड़ियां उपर लदियां गईयां, वड्डियां तोपां ऊठां दे उपर लदियां गईयां, होर वड्डियां जिहड़ियां तोपां सन उन्हां नूं गड्डियां ते लदिया गया। बहुत सारे जिहड़े शास्त्र ने खुले मैदान दे विच लिजाए गए। फिर शास्त्रां दी परख होई है, शास्त्रां दा फिर पूजन होया है। पूजन वास्ते घ्यो दियां जोतां, घ्यो दे दीप बाले गए। इसे प्रकार बहुत सारे धूफ तुखाए गए, फुल्लां दियां माला अर्पण कीतियां गईयां। चंदन नूं घसा करके ते चंदन दा छिड़काव किया गया, जिवें अजकल परफ्यूम दा छिड़काव हुंदा ना, चंदन दा छिड़काव किया गया। चंदन केसर नूं घसा करके शास्त्रां नूं तिलक दिता गया है। इवें शास्त्रां दा पूजन होया है जुद्धमई नूं बाणी नूं पढ़ करके। उपरंत सतगुरु कलगीधर सच्चे पातशाह महाराज साहब जी दे हुक्म दे नाल सारे सिखां ने फिर शास्त्रां दा प्रदर्शन किया है। तोपां चलाईयां गईयां ने, वड्डियां तोपां, छोटियां तोपां रहल के चलाए गए ने।
ਬੰਦੂਕਾਂ ਦੇ ਉੱਪਰ ਤੋੜੇ ਜਿਹੜੇ ਨੇ ਧੁਖਾ ਕਰਕੇ ਕਲਾ ਤੇ ਮੋੜ ਕੇ ਲਾਏ ਗਏ ਨੇ। ਸੋ ਤਾੜ ਤਾੜ ਕਰਦੀਆਂ ਗੋਲੀਆਂ ਚੱਲੀਆਂ ਨੇ। ਇੰਨੀ ਜ਼ਿਆਦਾ ਬੰਦੂਕਾਂ ਤੇ ਤੋਪਾਂ ਚੱਲਣ ਦੀ ਆਵਾਜ਼ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਾਨੋ ਜਿਵੇਂ ਆਕਾਸ਼ ਚੋਂ ਬਹੁਤ ਸਾਰੀਆਂ ਬਿਜਲੀਆਂ ਇੱਕੇ ਵਾਰ ਕੜਕ ਕੇ ਪਹਾੜਾਂ ਦੇ ਮੁਨਾਰਿਆਂ ਤੇ ਚੋਟੀਆਂ ਦੇ ਉੱਪਰ ਪਈਆਂ ਹੋਣ, ਤੇ ਜਿਵੇਂ ਫਿਰ ਪਹਾੜ ਗੂੰਜਦੇ ਨੇ ਨਾ, ਐਵੇਂ ਸ਼ਾਸਤਰਾਂ ਦੇ ਨਾਲ ਗੋਲੀਆਂ ਚੱਲਣ ਦੀ ਤੇ ਤੋਪਾਂ ਦੇ ਨਾਲ ਗੋਲੇ ਚੱਲਣ ਦੀ ਆਵਾਜ਼ ਹੋਈ ਹੈ। ਸੁਣਨ ਵਾਲਿਆਂ ਨੂੰ ਭਰਮ ਪੈਂਦਾ ਹੈ। ਸੈਂਕੜੇ ਬਿਜਲੀਆਂ ਇਕੱਠੀਆਂ ਪਹਾੜਾਂ ਦੇ ਉੱਪਰ ਗਿਰ ਪਈਆਂ ਨੇ, ਡਿੱਗ ਪਈਆਂ ਨੇ। ਬੰਦੂਕਾਂ ਚੱਲਣ ਦੇ ਨਾਲ, ਤੋੜੇ ਧੁਖਣ ਦੇ ਨਾਲ, ਗੋਲੀਆਂ ਚੱਲਣ ਦੇ ਨਾਲ ਇੰਨਾ ਜ਼ਿਆਦਾ ਧੂਆਂ ਹੋਇਆ ਹੈ, ਹੱਥ ਪਸਾਰਿਆ ਨਹੀਂ ਦਿਸਦਾ, ਸਿੱਖ ਦੂਸਰੇ ਸਿੱਖ ਨੂੰ ਨਜ਼ਰ ਨਹੀਂ ਆਉਂਦਾ। ਇਸ ਪ੍ਰਕਾਰ ਧੂਆਂ ਹੀ ਧੂਆਂ ਹੋ ਗਿਆ ਹੈ। ਗੁਰੂ ਕੇ ਖਾਲਸਾ ਨੇ ਉਤਸ਼ਾਹ ਦੇ ਨਾਲ ਫਿਰ ਹੱਲਾ ਬੋਲਣਾ ਕੀਤਾ ਹੈ। ਹੱਲਾ ਬੋਲਣ ਤੋਂ ਭਾਵ ਹੁੰਦਾ ਹੱਥਾਂ ਦੇ ਵਿੱਚ ਸ੍ਰੀ ਸਾਹਿਬਾਂ ਲੈ ਕਰਕੇ, ਜਿਵੇਂ ਮੈਦਾਨੇ ਜੰਗ ਦੇ ਉੱਪਰ ਦੁਸ਼ਮਣਾਂ ਤੇ ਧਾ ਕਰਕੇ ਧਾਵਾ ਬੋਲੀਦਾ ਨਾ, ਇਸ ਪ੍ਰਕਾਰ ਹੱਲਾ। ਤੇ ਸਾਧ ਸੰਗਤ ਜੀ, ਹੱਲਾ ਤੋਂ ਹੀ ਮਹੱਲਾ ਸ਼ਬਦ ਬਣਿਆ। ਅੱਜ ਜਿਵੇਂ ਸਤਿਗੁਰੂ ਜੀ ਦਾ ਹਜ਼ੂਰੀ ਖਾਲਸਾ ਇੱਥੇ ਮਹੱਲਾ ਕੱਢਦਾ ਤੇ ਹੱਲਾ ਬੋਲਦੇ ਨੇ ਨਾ, ਇਸ ਪ੍ਰਕਾਰ ਇਹ ਕਵਾਇਦ, ਇਹ ਰੀਤ, ਇਹ ਮਰਿਆਦਾ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਪ੍ਰਾਰੰਭ ਹੋਈ ਹੈ। ਇਸੇ ਪ੍ਰਕਾਰ ਬਚਨ ਆਉਂਦਾ ਕਿ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਦਸਤੇ ਮੁਬਾਰਕ ਦੇ ਅੰਦਰ ਫੌਲਾਦੀ ਸ੍ਰੀ ਸਾਹਿਬ ਮਿਆਨ ਦੇ ਵਿੱਚੋਂ ਖਿੱਚੀ ਹੈ ਤੇ ਹਵਾ ਦੇ ਵਿੱਚ ਲਹਿਰਾ ਕਰਕੇ ਹੱਲੇ ਦੇ ਵਿੱਚ ਸ਼ਾਮਲ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਦੀਦਾਰ ਕਰਕੇ ਜਿਹੜਾ ਗੁਰਸਿੱਖਾਂ ਦਾ ਉਤਸ਼ਾਹ ਉਹ ਥੰਮਿਆ ਨਹੀਂ ਜਾਂਦਾ। ਸਭਨਾਂ ਨੇ ਸ੍ਰੀ ਸਾਹਿਬਾਂ ਮਿਆਨਾਂ ਚੋਂ ਧੂ ਲਈਆਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੇ ਨਾਲ ਆਕਾਸ਼ ਗੂੰਜ ਉੱਠਿਆ ਹੈ। ਅਕਾਲ 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 ਦੇ ਨਾਰੇ ਗਜਾਏ ਜਾ ਰਹੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੇ ਸਮੇਤ ਵੱਡਾ ਭਾਰੀ ਉਤਸ਼ਾਹ ਕਰਕੇ ਆਪਣੇ ਖਾਲਸਾ ਪੰਥ ਦੇ ਅੰਦਰ ਮਰਿਆਦਾ ਪ੍ਰਪੱਕ ਕਰ ਦਿੱਤੀ ਹੈ। ਸਿੱਖੋ, ਦੂਸਰਿਆਂ ਧਰਮਾਂ ਦੇ ਅੰਦਰ, ਅਨਮਤੀ ਧਰਮਾਂ ਦੇ ਅੰਦਰ ਦੇਵੀਆਂ ਦਾ ਪੂਜਨ ਹੋਵੇਗਾ, ਪਰ ਕਲਗੀਧਰ ਸਾਹਿਬ ਜੀ ਨੇ ਤੇ ਪਹਿਲਾਂ ਹੀ ਜਣਾ ਦੇਣਾ ਕੀਤਾ ਸੀ। ਸ੍ਰੀ ਸਾਹਿਬ ਜੀ ਨੂੰ ਕੱਢ ਕਰਕੇ ਇਹੋ ਹੀ ਚੰਡੀ ਹੈ, ਇਹੋ ਹੀ ਦੁਰਗਾ ਏ, ਇਹੋ ਹੀ ਭਗਵਤੀ ਏ, ਇਹੋ ਹੀ ਜਵਾਲਾ ਏ, ਇਹੋ ਹੀ ਆਦਿ ਸ਼ਕਤੀ ਹੈ। ਖਾਲਸਾ ਜੀ ਰਖਵਾਲੀ ਇਸੇ ਨਹੀਂ ਕਰਨੀ ਹੈ। ਇਸ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੇ ਰਖਵਾਲੀ ਨਹੀਂ ਕਰਨੀ। ਜੇ ਕੋਈ ਹੋਰ ਦੇਵੀ ਦੇਵਤਾ ਰਖਵਾਲੀ ਕਰਨੇ ਦੇ ਸਮਰੱਥ ਹੁੰਦਾ ਤੇ ਕਸ਼ਮੀਰੀ ਪੰਡਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਕਿਉਂ ਆਉਣਾ ਪੈਂਦਾ? ਫਿਰ ਉਹਨਾਂ ਦੀ ਰਖਵਾਲੀ ਹੋ ਜਾਣੀ ਸੀ। ਇਸ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਸਿੱਖੋ ਓਟਾਂ ਕੇਵਲ ਤਾਂ ਕੇਵਲ ਚਾਰ ਹੀ ਰੱਖਣੀਆਂ ਨੇ। ਪਹਿਲੀ ਓਟ ਅਕਾਲ ਪੁਰਖ ਜੀ ਦੀ, ਦੂਸਰੀ ਓਟ ਆਪਣੇ ਗੁਰ ਪਰਮੇਸ਼ਰ ਜੀ ਦੀ, ਤੀਸਰੀ ਓਟ ਆਪਣੇ ਸ਼ਸਤਰ ਦੀ, ਚੌਥੀ ਓਟ ਆਪਣੀ ਖੁਦ ਦੀ, ਤੇ ਪੰਜਵੀਂ ਓਟ ਖਾਲਸੇ ਨੇ ਕਦੇ ਤਕਾਉਣੀ ਨਹੀਂ। ਇਸ ਪ੍ਰਕਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 9 ਦਿਨ ਸ਼ਸਤਰਾਂ ਦਾ ਪੂਜਨ ਕਰਕੇ, 10ਵੇਂ ਦਿਨ ਪ੍ਰਦਰਸ਼ਨ ਕਰਕੇ, ਸ਼ਸਤਰ ਚਲਾ ਕਰਕੇ ਤੇ ਹੱਲੇ ਦੇ ਸਹਿਤ ਮਹੱਲਾ ਕੱਢਣਾ ਕੀਤਾ ਹੈ, ਜੋ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਲ ਪੰਥਾਂ ਦੇ ਅੰਦਰ ਮਰਿਆਦਾ ਅੱਜ ਵੀ ਮੌਜੂਦ ਹੈ। ਇਹ ਕਲਗੀਧਰ ਸਾਹਿਬ ਜੀ ਦੀ ਲਾਡਲੀਆਂ ਫੌਜਾਂ ਦੇ ਉੱਪਰ ਬੜੀ ਬਖਸ਼ਿਸ਼ ਹੈ, ਜੋ ਲਾਡਲੀਆਂ ਫੌਜਾਂ ਨੇ ਕਲਗੀਧਰ ਸਾਹਿਬ ਜੀ ਦੀ ਬਾਣੀ, ਬਾਣਾ ਅਤੇ ਮਰਿਆਦਾ, ਇਹਨਾਂ ਚੀਜ਼ਾਂ ਨੂੰ ਸੰਭਾਲ ਕਰਕੇ ਰੱਖਿਆ ਹੈ। ਇਹ ਕੋਈ ਸਾਧ ਸੰਗਤ ਜੀ ਛੋਟੀਆਂ ਦਾਤਾਂ ਨਹੀਂ। ਐਸੇ ਚਮਕ ਦਮਕ ਦੇ ਭਰੇ ਮਾਹੌਲ ਦੇ ਵਿੱਚ, ਮਾਇਆ ਨਗਰੀ ਰੂਪੀ ਸੰਸਾਰ ਦੇ ਵਿੱਚ, ਮ੍ਰਿਤ ਮੰਡਲ ਜਿੱਥੇ ਮਾਇਆ ਦੇ ਬੜੇ ਚਮਕਾਰੇ ਨੇ, ਸਾਰੇ ਫੈਸ਼ਨ ਪ੍ਰਸਤੀ ਤੇ ਦੁਨੀਆ ਦੇ ਰੰਗਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖ ਕਰਕੇ ਸਤਿਗੁਰੂ ਜੀ ਦੀ ਪੁਰਾਤਨ ਮਰਿਆਦਾ ਦੇ ਅਨੁਸਾਰ ਫਰਰੇ ਵਾਲੇ ਦੁਮਾਲੇ ਚਲਾਉਣੇ, ਸਤਿਗੁਰੂ ਜੀ ਦੇ ਬਾਣੇ ਦੇ ਧਾਰਨੀ ਹੋਣਾ, ਸਤਿਗੁਰੂ ਜੀ ਦੇ ਪੁਰਾਤਨ ਸ਼ਸਤਰਾਂ ਨੂੰ ਧਾਰਨ ਕਰਕੇ ਸਦਾ ਤਿਆਰ ਬਰ ਤਿਆਰ ਕਮਰ ਕੱਸੇ ਦੇ ਸਹਿਤ ਰਹਿਣਾ, ਤੇ ਮਹੱਲਿਆਂ ਵਰਗੀ ਜੋ ਮਰਿਆਦਾ ਸਤਿਗੁਰੂ ਜੀ ਦੀ, ਉਸ ਨੂੰ ਤਤਪਰਤਾ ਦੇ ਨਾਲ ਨਿਭਾਉਣਾ। ਇਹ ਕਲਗੀਧਰ ਸਾਹਿਬ ਜੀ ਦੀਆਂ ਰਹਿਮਤਾਂ ਨੇ ਲਾਡਲੀਆਂ ਫੌਜਾਂ ਦੇ ਉੱਪਰ, ਜੋ ਕਲਗੀਧਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਤੇ ਹੋਰ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਦੀਆਂ ਕਵਾਇਦਾਂ ਨੂੰ ਜਿਨ੍ਹਾਂ ਨੇ ਸੁਰਜੀਤ ਕਰਨਾ ਕੀਤਾ ਤੇ ਜਿੰਦਾ ਰੱਖਣਾ ਕੀਤਾ ਹੈ ਤੇ ਪਰਪੱਕਤਾ ਦੇ ਸਹਿਤ ਧਾਰਨ ਕਰਨਾ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਸਦਾ ਸਦਾ ਵਾਸਤੇ ਖਾਲਸਾ ਜੀ, ਇਹ ਬੁੱਤ ਸਾੜਨੇ ਅਨਮਤੀਆਂ ਦਾ ਕਰਮ ਹੋਵੇਗਾ, ਗੁਰਸਿੱਖਾਂ ਦਾ ਕਰਮ ਨਹੀਂ। ਦੇਵੀ ਪੂਜਾ ਅਨਮਤੀਆਂ ਦਾ ਕਰਮ ਹੋਵੇਗਾ, ਇਹ ਖਾਲਸਾ ਦਾ ਕਰਮ ਨਹੀਂ। ਇਥੇ ਤਾਂ ਪੂਜਾ ਹੋ ਰਾਮ ਏਕ ਹੀ ਦੇਵਾ, ਕੇਵਲ ਤਾਂ ਕੇਵਲ ਇੱਕ ਓੰਕਾਰ ਪਰਮੇਸ਼ਰ ਜੀ ਦੀ ਪੂਜਾ ਦੀ ਬਾਤ ਹੈ। ਇਥੇ ਦੂਜਾ ਕੋਈ ਸੰਕਲਪ ਨਹੀਂ ਹੈ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਆਪਣੇ ਵੀਰ ਬਹਾਦਰ ਖਾਲਸੇ ਨੂੰ ਸੂਰਬੀਰ ਬਣਿਆ ਰਹਿਣ ਵਾਸਤੇ
ਸਦਾ ਸ਼ਾਸਤਰਾਂ ਦੀ ਸੰਗਤ, ਸ਼ਾਸਤਰਾਂ ਦਾ ਸਨਮਾਨ, ਸ਼ਾਸਤਰਾਂ ਦਾ ਪੂਜਨ ਤੇ ਸ਼ਾਸਤਰਾਂ ਨੂੰ ਧਾਰਨ ਕਰਨੇ ਦੀ ਮਰਿਆਦਾ ਬਖਸ਼ ਕਰਕੇ ਗਰੀਬ ਨਿਵਾਜ ਸਾਹਿਬ ਜੀ ਨੇ ਆਪਣਾ ਸਰੂਪ ਸੰਤ ਸਿਪਾਹੀ ਦਾ ਸਰੂਪ ਬਖਸ਼ਿਸ਼ ਕਰਨਾ ਕੀਤਾ ਹੈ। ਖਾਲਸੇ ਦਾ ਜੀਵਨ ਰੂਹਾਨੀਅਤ ਦੇ ਪੱਖ ਤੋਂ ਇੰਨਾ ਉੱਚਾ ਪਹਿਲੇ ਦੀਵਾਨਾਂ ਦੇ ਅੰਦਰ ਸਰਵਣ ਕਰ ਚੁੱਕੇ ਆ। ਸਿਮਰਨ ਕਰਦਿਆਂ ਕਰਦਿਆਂ, ਭਜਨ ਕਰਦਿਆਂ ਕਰਦਿਆਂ, ਬੰਦਗੀ ਕਰਦਿਆਂ ਕਰਦਿਆਂ ਮੌਤ ਦੀ ਮੰਜ਼ਲ ਤੋਂ ਵੀ ਜੋ ਆਤਮਿਕ ਅਡੋਲ ਅਵਸਥਾ ਹੈ ਉੱਪਰ ਉੱਠ ਗਈ। ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪ੍ਰਾਰੰਭ ਕਰਕੇ ਗੁਰਸਿੱਖਾਂ ਨੂੰ ਨਾਮ ਦੇ ਰਸੀਏ ਬਣਾ ਕੀਤਾ ਹੈ। ਨਾਮ ਰਸ ਦੇ ਅੰਦਰ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਨਾਮ ਦਾ ਰਸ ਆਉਂਦਾ ਹੈ, ਉਸ ਨੂੰ ਨਾਮ ਰਸ ਗੁਰਬਾਣੀ ਦੇ ਅੰਦਰ ਕਥਨ ਕਰਨਾ ਕੀਤਾ ਹੈ। ਅੰਮ੍ਰਿਤ ਗੁਰਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਜੋ ਅੰਮ੍ਰਿਤ ਗੁਰਬਾਣੀ ਚੋਂ ਰਸ ਆਉਂਦਾ ਹੈ, ਇਸ ਨੂੰ ਅੰਮ੍ਰਿਤ ਰਸ ਸਤਿਗੁਰੂ ਜੀ ਨੇ ਕਥਨ ਕਰਨਾ ਕੀਤਾ ਹੈ। ਅੰਮ੍ਰਿਤ ਰਸ ਨੂੰ ਮਾਣਦਿਆਂ, ਨਾਮ ਰਸ ਨੂੰ ਮਾਣਦਿਆਂ, ਜਿਸ ਰਸ ਦੇ ਪਰਥਾਏ ਬਚਨ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ, ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਉਸ ਅੰਮ੍ਰਿਤ ਨਾਮ, ਉਸ ਰਸ ਦੇ ਤੁਲ ਕੁਝ ਵੀ ਨਹੀਂ, ਉਸ ਦੇ ਸਦਰਸ਼ ਕੁਝ ਵੀ ਨਹੀਂ। ਨਾਮ ਰਸ ਨੂੰ ਪ੍ਰਾਪਤ ਕਰਕੇ, ਗੁਰਬਾਣੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਗੁਰਸਿੱਖ ਜਦੋਂ ਵਾਹਿਗੁਰੂ ਜੀ ਦੀ ਅਭੇਦ ਅਵਸਥਾ ਪ੍ਰਾਪਤ ਕਰਦਾ, ਆਤਮ ਪਦ ਦੀ ਪ੍ਰਾਪਤੀ ਕਰਦਾ ਹੈ ਨਾ, ਤੇ ਸਾਧ ਸੰਗਤ ਜੀ ਫਿਰ ਆਤਮ ਰਸ ਨੂੰ ਮਾਣਦਾ ਹੈ। ਆਤਮਾ ਦੀ ਪ੍ਰਮਾਤਮਾ ਜੀ ਦੇ ਨਾਲ ਅਭੇਦਤਾ ਦੀ ਅਵਸਥਾ ਦਾ ਨਾਮ ਹੈ ਆਤਮ ਰਸ। ਆਤਮ ਸਰੂਪ ਨੂੰ ਪ੍ਰਾਪਤ ਕਰਨਾ ਤੇ ਕਲਗੀਧਰ ਸਾਹਿਬ ਜੀ ਨੇ ਫਰਮਾਵਣਾ ਕੀਤਾ ਹੈ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਸਿੱਖੋ, ਜਿਹੜਾ ਆਤਮ ਰਸ ਨੂੰ ਜਾਣ ਲੈਂਦਾ ਹੈ ਉਹ ਸ਼ੁੱਧ ਸਰੂਪ, ਪ੍ਰਕਾਸ਼ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਜ਼ਹਰਾ ਸਰੂਪ ਹੋ ਜਾਂਦਾ ਹੈ, ਜ਼ਹਰਾ ਮੂਰਤ ਹੋ ਜਾਂਦਾ ਹੈ। ਤੇ ਜਿਸ ਨੇ ਆਤਮ ਰਸ ਨੂੰ ਜਾਣ ਲਿਆ, ਪ੍ਰਭ ਮੈਂ ਹੈ ਪ੍ਰਮਾਤਮਾ ਜੀ ਦੇ ਅੰਦਰ, ਮੋਹ ਮੈਂ ਹੈ ਸਾਡੇ ਵਿੱਚ, ਕਲਗੀਧਰ ਸਾਹਿਬ ਜੀ ਫਰਮਾ ਰਹੇ ਨੇ, ਤਾਸ ਮੈਂ ਹੈ ਉਸ ਆਤਮ ਰਸ ਦੇ ਜਾਣਨ ਵਾਲੇ ਦੇ ਆਤਮ ਰਸੀਏ ਦੇ ਵਿੱਚ ਰੰਚਕ ਨਾਹਿਨ ਭੇਵ, ਰੰਚਕ ਮਾਤਰ ਵੀ ਭੇਦ ਨਾ ਜਾਣੋ। ਉਸ ਅਵਸਥਾ ਵਿੱਚ ਉਹ ਆਤਮ ਰਸੀਆ ਕਲਗੀਧਰ ਸਾਹਿਬ ਜੀ ਤੇ ਪ੍ਰਮਾਤਮਾ ਜੀ ਇੱਕ ਰੂਪ ਇੱਕ ਜੋਤ ਹੀ ਹੋ ਜਾਂਦੇ ਨੇ। ਹਰ ਜਨ ਇੱਕ ਸਮਾਨ, ਐਸੀ ਉਹ ਅਵਸਥਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਬਣਾਇਆ ਹੈ ਤੇ ਆਪਣੇ ਅੰਦਰ ਅਭੇਦਤਾ ਹੀ ਬਖਸ਼ਿਸ਼ ਕਰ ਦੇਣਾ ਕੀਤੀ ਏ। ਜੇ ਸਿਪਾਹੀ ਬਣਾਇਆ ਹੈ ਤੇ ਜਿਹੜਾ ਸਿਪਾਹੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰਬਾਣੀ ਦੇ ਅੰਦਰ ਕਥਨ ਕੀਤਾ ਹੈ, ਉਸ ਸਿਪਾਹੀ ਸਰੂਪ ਨੂੰ ਕਲਗੀਧਰ ਸਾਹਿਬ ਜੀ ਨੇ ਆਪ ਧਾਰਨ ਕਰਨਾ ਕੀਤਾ ਹੈ। ਉਹ ਸਿਪਾਹੀ ਸਰੂਪ ਆਪਣੇ ਸਿੱਖ ਪੰਥ ਨੂੰ ਬਖਸ਼ ਕਰਕੇ ਤੇ ਮੁਕੰਮਲ ਪੂਰਨ ਖਾਲਸਾ, ਪੂਰਨ ਸਿੱਖ, ਪੂਰਨ ਆਦਮੀ, ਪੂਰਨ ਬੰਦਾ ਬਣਾ ਦੇਣਾ ਕੀਤਾ ਹੈ। ਸੰਤ ਸਿਪਾਹੀ, ਸੰਤ ਪਹਿਲਾਂ ਬਣਾਇਆ, ਸਿਪਾਹੀ ਬਾਅਦ ਵਿੱਚ ਬਣਾਇਆ, ਕਿਉਂਕਿ ਸ਼ਾਸਤਰ ਜੋ ਹੈ ਸ਼ਕਤੀ ਦਾ ਪ੍ਰਤੀਕ ਹੈ। ਜੇ ਸੰਤ ਬਿਰਤੀ ਤੋਂ ਬਿਨਾ ਕੋਈ ਸਾਧਾਰਨ ਬੰਦਾ ਧਾਰਨ ਕਰੇ ਤੇ ਜ਼ਾਲਮ ਹੋ ਜਾਵੇਗਾ। ਪਹਿਲਾਂ ਵੀ ਬੇਨਤੀਆਂ ਕੀਤੀਆਂ, ਔਰੰਗਜ਼ੇਬ ਦੇ ਕੋਲ ਤਲਵਾਰਾਂ ਬਹੁਤ ਸੀ ਪਰ ਜਰਵਾਣੇ ਹੋ ਗਏ, ਜ਼ਾਲਮ ਹੋ ਗਏ। ਮਾਰਵਾੜੀਆਂ ਦੇ ਕੋਲ ਮਾਲਾ ਬਹੁਤ ਸੀ ਪਰ ਕਾਇਰ ਹੋ ਗਏ। ਤੇ ਸਤਿਗੁਰੂ ਜੀ ਨੇ ਇੱਕ ਹੱਥ ਮਾਲਾ ਦੂਜੇ ਤੇਗ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ। ਤੇ ਸਾਧ ਸੰਗਤ ਜੀ ਜੋ 5 ਕਕਾਰ ਬਖਸ਼ੇ ਨੇ, ਕੇਸ, ਕੰਗਾ, ਕੜਾ, ਕਿਰਪਾਨ, ਕਸ਼ਹਿਰਾ, ਇਹ 5 ਬਾਹਰਲੇ ਕੱਕੇ ਬਖਸ਼ੇ ਨੇ। ਇਹਨਾਂ ਦੇ ਅੰਦਰ ਪ੍ਰਤੱਖ ਸ਼ਸਤਰ ਹੈ। ਦੁਨੀਆ ਲੱਖਾਂ ਪ੍ਰਕਾਰ ਦੇ ਸ਼ਿੰਗਾਰ ਕਰਦੀ ਏ, ਲੱਖਾਂ ਦੇ ਗਰੋੜੇ, ਲੱਖਾਂ ਦੇ ਗਹਿਣੇ, ਕਰੋੜਾਂ ਦੇ ਹੀਰੇ ਤੇ ਅਦਿਕ ਡਾਇਮੰਡ ਧਾਰਨ ਕਰਦੀ ਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 5 ਕਕਾਰ ਐਸੇ ਗਹਿਣੇ ਨੇ ਜਿਨ੍ਹਾਂ ਤੋਂ ਵੱਡਾ ਸ਼ਿੰਗਾਰ ਨਾ ਕਦੇ ਸੀ, ਨਾ ਅੱਜ ਹੈ ਤੇ ਨਾ ਅੱਗੇ ਹੋਵੇਗਾ। ਸਭ ਤੋਂ ਵੱਡਾ ਸ਼ਿੰਗਾਰ ਕਲਗੀਧਰ ਸਾਹਿਬ ਜੀ ਨੇ 5 ਕੱਕਿਆਂ ਦੇ ਨਾਲ, 5 ਕਕਾਰਾਂ ਦੇ ਨਾਲ, ਇਹਨਾਂ ਗਹਿਣਿਆਂ ਦੇ ਨਾਲ ਗੁਰਸਿੱਖ ਨੂੰ ਸ਼ਿੰਗਾਰਨਾ ਕੀਤਾ ਹੈ। ਇਹ ਗੁਰਸਿੱਖ ਦਾ ਪ੍ਰਤੱਖ ਸ਼ਿੰਗਾਰ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿੱਥੇ 5 ਕੱਕੇ ਬਾਹਰਲੇ ਬਖਸ਼ੇ ਨੇ ਕਕਾਰ, 5 ਕੱਕੇ ਅੰਤਰੀਵ ਬਖਸ਼ੇ ਨੇ। ਕੀਰਤਨ, ਕਵਿਤਾ, ਕੋਮਲਤਾ, ਕਿਰਪਾਲਤਾ ਤੇ ਕੁਰਬਾਨੀ। ਕੀਰਤਨ ਸਰਵਣ ਕਰਨੇ ਦੇ ਨਾਲ ਮਨ ਨਿਰਮਲ ਹੋਵੇਗਾ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ, ਆਪ ਤਾਰਾ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਓ ਜਾਏਦਾ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੱਡੀ ਭਾਰੀ ਦਾਤ ਬਖਸ਼ੀ। ਸਿੱਖੋ, ਮਨ ਨਿਰਮਲ ਹੋ ਜਾਵੇਗਾ, ਬੁੱਧ ਨਿਰਮਲ ਹੋ ਜਾਵੇਗੀ, ਕੋਮਲ ਭਾਵ ਬਣ ਜਾਵੇਗਾ। ਤੇ ਜਦੋਂ ਕੋਮਲ ਭਾਵ ਬਣ ਜਾਵੇ ਨਾ, ਫਿਰ ਗੁਰਸਿੱਖ ਕਵਿਤਾ ਉਚਾਰਦੇ ਨੇ। ਸਤਿਗੁਰੂ ਜੀ ਦੇ 52 ਕਵੀ, ਭਾਈ ਨੰਦ ਲਾਲ ਸਿੰਘ ਸਾਹਿਬ ਜੀ ਦੇ ਸਮੇਤ, ਕਵੀ ਸੈਨਾਪਤੀ ਦੇ ਸਮੇਤ, ਕਲਗੀਧਰ ਸਾਹਿਬ ਜੀ ਆਪ ਗੁਰਬਾਣੀ ਉਚਾਰਨਾ ਕਰਦੇ ਨੇ। ਬਾਬਾ ਸੁਮੇਰ ਸਿੰਘ ਜੀ, ਕਵੀ ਸੰਤੋਖ ਸਿੰਘ ਜੀ,
ਕਿੰਨੇ ਹੀ ਐਸੇ ਗੁਰਸਿੱਖ ਜਿਨ੍ਹਾਂ ਨੇ ਕਵਿਤਾ ਦਾ ਉਚਾਰਨ ਕਰਕੇ ਸਤਿਗੁਰੂ ਜੀ ਦਾ ਇਤਿਹਾਸ ਖਾਲਸਾ ਪੰਥ ਦੀ ਝੋਲੀ ਵਿੱਚ ਪਾਵਣਾ ਕੀਤਾ ਹੈ। ਇਸੇ ਪ੍ਰਕਾਰ ਕੀਰਤਨ, ਕਵਿਤਾ, ਕੋਮਲਤਾ, ਜਦੋਂ ਕੋਮਲਤਾ ਆਉਂਦੀ ਹੈ ਤਾਂ ਹੀ ਕਵਿਤਾ ਰਚੀ ਜਾਂਦੀ ਹੈ, ਕੋਮਲ ਭਾਵ ਤੋਂ ਬਿਨਾਂ ਨਹੀਂ। ਤੇ ਕੋਮਲ ਭਾਵ ਸਭਨਾਂ ਦੇ ਨਾਲ ਰੱਖਣਾ ਹੈ, ਜਿੱਥੇ ਗੁਰਸਿੱਖ ਭਾਈਆਂ ਦੇ ਨਾਲ, ਉਥੇ ਗਰੀਬ ਗੁਰਬੇ ਇਤਿਆਦਿਕ ਸਭਨਾਂ ਦੇ ਨਾਲ ਕੋਮਲ ਭਾਵ, ਮੈਤਰੀ ਭਾਵ, ਮਿੱਤਰਤਾ ਭਾਵ ਰੱਖਣਾ ਹੈ, ਪ੍ਰੇਮ ਭਾਵ ਰੱਖਣਾ ਹੈ। ਕਿਸੇ ਦੇ ਨਾਲ ਨਫ਼ਰਤ ਸਤਿਗੁਰੂ ਜੀ ਦੇ ਘਰ ਚੋਂ ਸਾਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ, ਬਲਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦਾ ਸੰਦੇਸ਼ ਸਤਿਗੁਰੂ ਜੀ ਨੇ ਹਰ ਇੱਕ ਪ੍ਰਾਣੀ ਮਾਤਰ ਨੂੰ ਬਖਸ਼ਿਸ਼ ਕਰਨਾ ਕੀਤਾ ਹੈ। ਇਸੇ ਪ੍ਰਕਾਰ ਚੌਥਾ ਹੈ ਕਿਰਪਾਲਤਾ। ਸਿੱਖਾ ਕਿਰਪਾਨ ਧਾਰਨ ਕੀਤੀ ਹੈ, ਯਾਦ ਰੱਖੀ ਤੇਰੀ ਕਿਰਪਾਨ ਦਾ ਵਾਰ ਕਦੇ ਮਜ਼ਲੂਮ ਤੇ, ਗਊ ਤੇ, ਗਰੀਬ ਤੇ ਨਹੀਂ ਹੋਣਾ ਚਾਹੀਦਾ। ਤੇ ਸਿੱਖਾ ਤੇਰੀ ਕਿਰਪਾਨ ਦਾ ਵਾਰ ਕਦੇ ਖਾਲਸੇ ਪੰਥ ਤੇ ਨਹੀਂ ਹੋਣਾ ਚਾਹੀਦਾ। ਸਿੱਖ ਕਦੇ ਵੀ ਸਿੱਖ ਤੇ ਵਾਰ ਨਾ ਕਰੇ, ਸਿੱਖ ਕਦੇ ਮਜ਼ਲੂਮ ਤੇ ਵਾਰ ਨਾ ਕਰੇ, ਸਿੱਖ ਬੱਚੇ ਤੇ ਬੀਬੀ ਤੇ ਬਜ਼ੁਰਗ ਤੇ ਵਾਰ ਨਾ ਕਰੇ, ਸਿੱਖ ਕਦੇ ਨਿਹੱਥੇ ਤੇ ਵਾਰ ਨਾ ਕਰੇ। ਮੈਦਾਨੇ ਜੰਗ ਦੇ ਅੰਦਰ ਦੁਸ਼ਮਣ ਦੇ ਹੱਥੋਂ ਵੀ ਤਲਵਾਰ ਛੁੱਟ ਜਾਵੇ, ਕਮਾਨ ਛੁੱਟ ਜਾਵੇ, ਨਿਹੱਥਾ ਹੋ ਜਾਵੇ ਨਾ, ਤੇ ਕਲਗੀਧਰ ਸਾਹਿਬ ਜੀ ਦਾ ਬਚਨ ਹੈ, ਨਿਹੱਥੇ ਤੇ ਵੀ ਵਾਰ ਨਹੀਂ ਕਰਨਾ। ਪਹਿਲਾਂ ਉਸ ਨੂੰ ਸ਼ਸਤਰ ਦੇਣਾ ਹੈ, ਸ਼ਸਤਰ ਧਾਰਨ ਕਰਨ ਦਾ, ਸ਼ਸਤਰ ਪਕੜਨ ਦਾ ਸਮਾਂ ਦੇਣਾ ਹੈ। ਜਦੋਂ ਸ਼ਸਤਰ ਧਾਰੀ ਹੋ ਜਾਵੇ ਫਿਰ ਉਸ ਦੇ ਨਾਲ ਜੰਗ ਕਰਨਾ, ਨਿਹੱਥੇ ਤੇ ਵਾਰ ਨਹੀਂ ਕਰਨਾ। ਤੇ ਗੁਰੂ ਕੇ ਸਿੱਖ ਨੇ ਸਿੱਖ ਤੇ ਕਦੇ ਭੁੱਲ ਕੇ ਵੀ ਵਾਰ ਨਹੀਂ ਕਰਨਾ, ਜਾਣ ਬੁੱਝ ਕੇ ਤਾਂ ਕਿ ਕਦੇ ਭੁੱਲ ਕੇ ਵੀ ਵਾਰ ਨਾ ਕਰਨਾ। ਤੇ ਇਸੇ ਪ੍ਰਕਾਰ ਜਿਹੜਾ ਦੁਸ਼ਮਣ ਵੀ ਹੈ ਨਾ, ਕਲਗੀਧਰ ਸਾਹਿਬ ਜੀ ਦੇ 52 ਬਚਨ ਕਿ ਸਾਮ ਦਾਮ ਦੰਡ, ਸ਼ਤਰੂ ਦੇ ਨਾਲ ਸਾਮ ਦਾਮ ਦੰਡ ਭੇਦ ਵਰਤਨੇ। ਜੇ ਕੋਈ ਦੁਸ਼ਮਣੀ ਵੀ ਹੈ ਨਾ, ਤੇ ਇਹ ਨਹੀਂ ਕਿ ਪੈਂਦਿਆਂ ਹੀ ਸ਼ੁਰੂ ਤੋਂ ਹੀ ਤਲਵਾਰ ਹੀ ਕੱਢ ਲੈਣੀ, ਸ੍ਰੀ ਸਾਹਿਬ ਹੀ ਕੱਢ ਲੈਣੀ, ਵੱਢ ਟੋਕੀ ਸ਼ੁਰੂ ਕਰ ਦੇਣੀ। ਪਹਿਲਾਂ ਜੋ ਰਾਜਨੀਤੀ ਦੇ 4 ਚਰਨ ਨੇ, ਸਾਮ ਦਾਮ ਦੰਡ ਭੇਦ, ਉਹਨਾਂ ਨੂੰ ਵਰਤਣਾ ਹੈ। ਜੇ ਸਾਮ ਦਾਮ ਤੇ ਭੇਦ ਦੇ ਨਾਲ ਗੱਲ ਨਾ ਬਣੇ, ਫਿਰ ਸ਼ਤਰੂ ਦੇ ਨਾਲ, ਦੁਸ਼ਮਣ ਦੇ ਨਾਲ ਯੁੱਧ ਕਰਨਾ ਜਾਇਜ਼ ਹੈ। ਕਲਗੀਧਰ ਸਾਹਿਬ ਜੀ ਦੇ ਬਚਨ ਨੇ ਨਾ, ਚੂੰਕਾਰ ਅਜ ਹਮਹ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਗੱਲ ਸਾਰਿਆਂ ਹੀਲਿਆਂ ਤੋਂ ਲੰਘ ਜਾਵੇ, ਪਹਿਲਾਂ ਪ੍ਰੇਮ ਨਾਲ ਸਮਝਾ ਕੇ ਵੇਖਣਾ ਹੈ, ਦਲੀਲ ਨਾਲ ਸਮਝਾ ਕੇ ਵੇਖਣਾ ਹੈ, ਅਪੀਲ ਨਾਲ, ਜੇ ਨਹੀਂ ਮੰਨਿਆ ਫਿਰ ਵਕੀਲ ਨਾਲ ਸਮਝਾ ਕੇ ਦੇਖਣਾ, ਕੋਈ ਸਿਆਣਾ ਬੰਦਾ ਵਿੱਚ ਪਾ ਕੇ ਦੇਖਣਾ ਹੈ, ਜਿਹੜਾ ਸਮਝਦਾਰ ਸਾਹਮਣੇ ਵਾਲੇ ਦੁਸ਼ਮਣ ਨੂੰ ਸਮਝਾ ਸਕੇ। ਪਿਆਰਿਆਂ ਨੁਕਸਾਨ ਹੋਵੇਗਾ, ਜਾਨਾਂ ਜਾਣਗੀਆਂ, ਕੋਈ ਫਾਇਦਾ ਨਹੀਂ, ਸਮਝ ਜਾ। ਪਰ ਜਦੋਂ ਅਪੀਲ, ਵਕੀਲ, ਦਲੀਲ ਤੋਂ ਗੱਲ ਲੰਘ ਜਾਵੇ, ਸਾਰੇ ਹੀਲਿਆਂ ਤੋਂ ਗੱਲ ਟੱਪ ਜਾਵੇ, ਫਿਰ ਹੱਥ ਦੇ ਵਿੱਚ ਸ੍ਰੀ ਸਾਹਿਬ ਭਗਉਤੀ ਨੂੰ ਸੂਤ ਲੈਣਾ ਜਾਇਜ਼ ਹੈ। ਇਸ ਪ੍ਰਕਾਰ ਕਲਗੀਧਰ ਸਾਹਿਬ ਜੀ ਨੇ ਪਹਿਲਾਂ ਸੰਤ ਬਣਾਇਆ ਹੈ। ਕਿਰਪਾਲਤਾ ਬਖਸ਼ੀਏ ਸਿਖਾ, ਸਦਾ ਕਿਰਪਾਲਤਾ ਕਰਨੀ ਹੈ, ਤੇਰੀ ਕਿਰਪਾਨ ਗਊ ਗਰੀਬ ਦੀ ਰਖਵਾਲੀ ਵਾਸਤੇ ਉੱਠੇ, ਸਿੱਖ ਤੇ ਕਦੇ ਵਾਰ ਨਹੀਂ ਕਰਨਾ ਹੈ। ਇਸੇ ਪ੍ਰਕਾਰ 5ਵਾਂ ਕੱਕਾ ਹੈ ਕੁਰਬਾਨੀ। ਜਿਹੜੀ ਸ੍ਰੀ ਸਾਹਿਬ ਨੂੰ ਧਾਰਨ ਕੀਤਾ ਨਾ, ਹਿਰਦੇ ਦੇ ਅੰਦਰ ਗਰੀਬਾਂ ਤੇ, ਗਊ ਗਰੀਬਾਂ ਮਜ਼ਲੂਮਾਂ ਤੇ ਕਿਰਪਾ ਤੇ ਕੁਰਬਾਨੀ ਦਾ ਜਜ਼ਬਾ ਸਿੱਖਾ ਤੇਰੇ ਹਿਰਦੇ ਦੇ ਅੰਦਰ ਸਦਾ ਬਣਿਆ ਰਵੇ, ਸਦਾ ਭਾਵ ਬਣਿਆ ਰਵੇ। ਇਹ ਕਿਰਪਾਨ ਦੂਜਿਆਂ ਨੂੰ ਮਾਰਨ ਵਾਸਤੇ ਹੀ ਨਹੀਂ, ਜੇ ਧਾਰਨ ਕੀਤੀ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਮਰਨ ਜੀਵਨ ਦੀ ਸ਼ੰਕਾ ਨੂੰ ਛੱਡ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਪ੍ਰਾਣ ਪ੍ਰਾਇਣ ਕਰਕੇ, ਸਮਰਪਿਤ ਕਰਕੇ, ਸਰੈਂਡਰ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਨਿਮਰਤਾ ਵਿੱਚ ਰਹਿਣਾ ਹੈ ਤੇ ਪ੍ਰਜਾ ਦੀ ਰਖਵਾਲੀ ਵਾਸਤੇ, ਗਊ ਗਰੀਬ ਦੀ ਰਖਵਾਲੀ ਵਾਸਤੇ ਤਤਪਰ ਰਹਿਣਾ। ਪਰ ਪਹਿਲਾ ਭਾਵ ਤੇਰਾ ਸੇਵਾ ਦਾ ਤੇ ਨਿਮਰਤਾ ਦਾ ਤੇ ਨਿਰਮਾਣਤਾ ਦਾ, ਅਪੀਲ ਵਕੀਲ ਦਾ ਭਾਵ ਸਾਮ ਦਾਮ ਤੇ ਭੇਦ ਦਾ ਹੋਣਾ ਚਾਹੀਦਾ ਹੈ। ਜਦੋਂ ਇੰਨਿਆਂ ਹੀਲਿਆਂ ਤੋਂ ਗੱਲ ਲੰਘ ਜਾਵੇ ਨਾ, ਫਿਰ ਕੁਰਬਾਨੀ ਦਾ ਜਜ਼ਬਾ ਲੈ ਕਰਕੇ, ਗੁਰੂ ਤੇ ਓਟ ਰੱਖ ਕਰਕੇ, ਫਿਰ ਜੀਵਨ ਮੌਤ ਦੀ ਸ਼ੰਕਾ ਨਹੀਂ ਕਰਨੀ, ਚਾਹੇ ਪ੍ਰਾਣ ਵੀ ਲੱਗ ਜਾਣ। ਫਿਰ ਗਊ ਗਰੀਬ ਦੀ ਰਖਵਾਲੀ ਕਰਨੀ ਹੈ, ਧਰਮ ਦੀ ਰਖਵਾਲੀ ਕਰਨੀ ਹੈ, ਗੁਰੂ ਘਰ ਦੀ ਮਰਿਆਦਾ ਬਹਾਲ ਕਰਨੀ ਹੈ, ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਫਿਰ ਕਮਰ ਕੱਸਾ ਕਰਕੇ ਸਦਾ ਤਿਆਰ ਬਰ ਤਿਆਰ ਜੂਝਣ ਵਾਸਤੇ ਵੀ ਰਹਿਣਾ। ਕੁਰਬਾਨੀ ਕਰਨੇ ਤੋਂ ਵੀ ਪੈਰ ਪਿੱਛੇ ਨਹੀਂ ਹਟਾਉਣਾ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸ਼ਾਸਤਰ ਧਾਰਨ ਕਰਾਏ ਨੇ। ਤੇ ਫਿਰ ਬੇਨਤੀ ਕਰਾਂ, ਇਹਨਾਂ ਦੀ ਪ੍ਰਾਰੰਭਤਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਹੈ, ਸੱਚਖੰਡ ਦਰਬਾਰ ਤੋਂ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਹੈ। ਆਸਾ ਹੱਥ ਕਿਤਾਬ ਕਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਸਤ ਕਮਲ ਦੇ ਅੰਦਰ ਸੋਟਾ ਹੈ, ਡਾਂਗ ਹੈ। ਜਿਸ ਵੇਲੇ ਗਏ ਨੇ ਨਾ ਮੱਕੇ ਮਦੀਨੇ ਦੀ, ਸੋ ਉਹਨਾਂ ਮੁਸਲਮਾਨ ਵੀਰਾਂ ਦੇ ਹਿਰਦਿਆਂ ਦੇ ਅੰਦਰੋਂ ਭਰਮ ਕੱਢਣੇ ਵਾਸਤੇ ਮੱਕੇ ਮਦੀਨੇ ਜਾ ਕਰਕੇ ਗਰੀਬ ਨਿਵਾਜ ਸਾਹਿਬ ਜੀ ਨੇ ਕੌਤਕ ਵਰਤਾਏ ਨੇ ਤੇ ਹਸਤ ਕਮਲ ਦੇ ਅੰਦਰ ਸ਼ਾਸਤਰ ਸੋਟਾ ਭਾਵ ਡਾਂਗ ਧਾਰਨ ਕੀਤੀ ਹੈ। ਸਮੇਂ ਸਮੇਂ ਦੇ ਅਨੁਸਾਰ ਪਹਿਲੇ ਦੀਵਾਨਾਂ 'ਚ ਬੇਨਤੀਆਂ ਕਰ ਚੁੱਕੇ ਹਾਂ।
ਅਕਾਲ ਪੁਰਖ ਜੀ ਤੋਂ ਪ੍ਰਾਰੰਭਤਾ ਦਸੇ ਗੁਰੂ ਸਾਹਿਬਾਨ ਜੀ ਧਾਰਨ ਕਰਦੇ ਰਹੇ ਤੇ ਕਲਗੀਧਰ ਸਾਹਿਬ ਜੀ ਸੰਤ ਸਿਪਾਹੀ ਸਰੂਪ ਹੋ ਕਰਕੇ ਸੰਤ ਸਿਪਾਹੀ ਸਰੂਪ ਖਾਲਸੇ ਨੂੰ ਬਖਸ਼ਿਆ, ਆਤਮ ਰਸ ਬਖਸ਼ਿਆ, ਆਤਮ ਪਦ ਬਖਸ਼ਿਆ, ਫਿਰ ਸ਼ਾਸਤਰ ਧਾਰੀ ਕਰਕੇ ਬਚਨ ਕਰਨਾ ਕੀਤਾ ਹੈ। ਜਿਹੜਾ ਇਸ ਆਤਮ ਪਦ ਤੇ ਪਹੁੰਚ ਜਾਵੇ, ਆਤਮ ਰਸ ਨੂੰ ਜਿਸ ਨੇ ਮਾਣ ਲਿਆ ਹੈ, ਜਿਹੜਾ ਵੈਰ ਵਿਰੋਧ ਤੋਂ ਨਿਰੋਲ ਹੋ ਗਿਆ ਹੈ, ਸ਼ੁੱਧ ਹੋ ਗਿਆ ਹੈ, ਪਿਓਰ ਹੋ ਗਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਜਿਸ ਦੇ ਹਿਰਦੇ ਦੇ ਅੰਦਰ ਨਹੀਂ, ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦਿਕ ਜੋ ਕਿ ਵਿਕਾਰ ਹਨ, ਇਹ ਵਿਕਾਰਾਂ ਦਾ ਅਭਾਵ ਜਿਸ ਦੇ ਹਿਰਦੇ ਦੇ ਵਿੱਚੋਂ ਹੋ ਗਿਆ ਹੈ, ਜਿਹੜਾ ਪਿਓਰ ਹੋ ਗਿਆ, ਜਿਹੜਾ ਸ਼ੁੱਧ ਹੋ ਗਿਆ, ਜਿਹੜਾ ਖਾਲਸ ਹੋ ਗਿਆ, ਜਿਹਦਾ ਸੰਬੰਧ ਸਿੱਧਾ ਸੈਂਟਰ ਨਾਲ ਹੋ ਗਿਆ, ਜਿਹੜਾ ਜੁੜ ਗਿਆ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਐਸਾ ਆਤਮ ਪਦ ਦਾ ਅਧਿਕਾਰੀ ਸ਼ਸਤਰ ਧਾਰੀ ਹੈ ਖਾਲਸਾ। ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਇਸ ਸਰੂਪ ਤੇ ਪਹੁੰਚ ਕਰਕੇ ਜਿਹੜਾ ਜੀਵ ਹੈ ਸ਼ੁੱਧ ਸਰੂਪ ਖਾਲਸਾ ਬਣਦਾ ਹੈ। ਤੇ ਤਾਂ ਹੀ ਹਜ਼ੂਰ ਨੇ ਫਰਮਾਵਣਾ ਕੀਤਾ, ਨਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਤਾਖੀ ਹਿਰਦੇ ਦੇ ਅੰਦਰ ਪ੍ਰਗਟ ਸਾਖਿਆਤਕਾਰ ਹੀ ਵਸਦੇ ਨੇ। ਐਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਬਾਣੇ ਦੀ ਦਾਤ ਬਖਸ਼ ਕਰਕੇ ਸਰਬਤ ਲੋਕਾਈ ਦੇ ਉੱਪਰ ਪਰਉਪਕਾਰ ਕਰਕੇ ਸਿੱਖ ਪੰਥ ਦੇ ਉੱਪਰ, ਸਿੱਖ ਕੌਮ ਦੇ ਉੱਪਰ ਵੱਡਾ ਭਾਰੀ ਪਰਉਪਕਾਰ ਕਰਕੇ ਉਤਸ਼ਾਹ ਦੇ ਸਹਿਤ ਆਪਣੇ ਚਰਨਾਂ ਦੇ ਨਾਲ ਜੋੜਨਾ ਕੀਤਾ ਹੈ। ਤੇ ਜਿਹੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਵਚਨਾਂ ਨੂੰ ਕਮਾਵਦਾ ਹੈ, ਸਿੱਖਿਆ ਨੂੰ ਮੰਨਦਾ ਹੈ, ਸ਼ਰਨ ਵਿੱਚ ਆਉਂਦਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਕਮਾਵਦਾ ਹੈ, ਹਿਰਦੇ ਅੰਦਰ ਧਾਰਨ ਕਰਦਾ ਹੈ, ਉਪਦੇਸ਼ਾਂ ਨੂੰ ਕਮਾਉਂਦਾ ਹੈ, ਆਪਣਾ ਜੀਵਨ ਗੁਰਮਤਿ ਦੇ ਅਨੁਸਾਰ ਬਣਾਉਂਦਾ ਹੈ, ਕਲਗੀਧਰ ਸੱਚੇ ਪਾਤਸ਼ਾਹ ਜੀ ਉਹਨਾਂ ਖੋਟਿਆਂ ਨੂੰ ਵੀ ਖਰੇ ਕਰ ਲੈਂਦੇ ਨੇ। ਸਤਿਗੁਰ ਖੋਟੇ ਹੋ ਖਰੇ ਕਰੇ, ਸ਼ਬਦ ਸਵਾਰਨ ਹਾਰ। ਤੇ ਸਾਧ ਸੰਗਤ ਜੀ, ਜਿਵੇਂ ਖਰਾ ਸਿੱਕਾ ਜਿਹੜਾ ਹੁੰਦਾ ਖਜ਼ਾਨੇ ਵਿੱਚ ਪਾ ਲਿਆ ਜਾਂਦਾ ਨਾ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਖਰਾ ਸੋਨਾ ਬਣਾ ਕਰਕੇ, ਖਾਲਸ ਰੂਪ ਬਣਾ ਕਰਕੇ ਆਪਣੇ ਸਰੂਪ ਰੂਪ ਖਜ਼ਾਨੇ ਦੇ ਅੰਦਰ ਦਾਖਲ ਕਰ ਲੈਂਦੇ ਨੇ। ਸਰੂਪ ਦੀ ਹੀ ਅਭੇਦਤਾ ਬਖਸ਼ ਦਿੰਦੇ ਨੇ, ਆਪਣੇ ਵਿੱਚ ਹੀ ਗੁਰਸਿੱਖਾਂ ਦੀ ਸਮਾਈ ਕਰ ਲੈਂਦੇ ਨੇ। ਐਸੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਵਡਿਆਈਆਂ ਨੂੰ ਕੋਟਾਨ ਕੋਟ ਜ਼ੋਹਾਰ, ਕੋਟਾਨ ਕੋਟ ਨਮਸਕਾਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 201 ਵਾਰ ਨਮਸਕਾਰ ਜਾਪ ਸਾਹਿਬ ਦੀ ਬਾਣੀ ਦੇ ਅੰਦਰ ਹੀ ਅਕਾਲ ਪੁਰਖ ਅੱਗੇ ਕਰਕੇ ਸਾਨੂੰ ਨਮਸਕਾਰਾਂ ਕਰਨੇ ਦੀ ਜਾਚ ਸਿਖਾਈ ਹੈ ਤੇ ਸ਼ਾਸਤਰ ਧਾਰੀ ਬਣਾਵਣਾ ਕੀਤਾ। ਤੇ ਛੋਟੀ ਜੀ ਬੇਨਤੀ ਕਰਦੇ ਵਾਂ ਸਾਧ ਸੰਗਤ ਜੀ, ਜੋ ਸ਼ਾਸਤਰ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸ਼ਾਸਤੋਂ ਭਾਵ ਹੈ ਕੱਟ ਦੇਣ ਵਾਲਾ, ਵੱਢ ਦੇਣ ਵਾਲਾ, ਐਸਾ ਅਧਿਆਰ ਜਿਹੜਾ ਵੱਢ ਦੇਵੇ। ਤੇ ਤਰ ਦਾ ਨਾਮ ਹੈ ਤੁਰੰਤ, ਤੇਜ਼ੀ ਦੇ ਨਾਲ, ਜਿਹੜਾ ਤੁਰੰਤ ਕੱਟ ਦੇਣ ਵਾਲਾ ਹੋਵੇ, ਵੱਢ ਦੇਣ ਵਾਲਾ ਹੋਵੇ, ਸੋ ਕਹੀਏ ਸ਼ਾਸਤਰ। ਤੇ ਸੰਸਕ੍ਰਿਤ ਦੇ ਵਿਦਵਾਨਾਂ ਨੇ ਸ਼ਾਸਤਰਾਂ ਨੂੰ 4 ਹਿੱਸਿਆਂ ਦੇ ਅੰਦਰ ਵੰਡਿਆ ਹੈ। ਉਹ 4 ਹਿੱਸਿਆਂ ਦੇ ਅੰਦਰ ਜਿਨ੍ਹਾਂ 'ਚ ਵੰਡਣਾ ਕੀਤਾ, ਉਹਨਾਂ 4ਾਂ ਦੇ ਨਾਮ ਨੇ ਮੁਕਤ ਸ਼ਾਸਤਰ, ਅਮੁਕਤ ਸ਼ਾਸਤਰ, ਇਸੇ ਪ੍ਰਕਾਰ ਮੁਕਤਾ ਮੁਕਤ ਸ਼ਾਸਤਰ ਤੇ ਜੰਤਰ ਸ਼ਾਸਤਰ। ਸਾਧ ਸੰਗਤ ਜੀ, ਮੁਕਤ ਤੋਂ ਭਾਵ ਹੁੰਦਾ ਜਿਸ ਨੂੰ ਕੋਈ ਬੰਧਨ ਨਾ ਹੋਵੇ, ਜਿਹੜਾ ਬੰਧਨ ਵਿੱਚ ਰੱਖ ਕਰਕੇ ਨਾ ਚਲਾਇਆ ਜਾਵੇ, ਮੁਕਤ ਹੋਵੇ, ਸੁਤੰਤਰ ਹੋਵੇ। ਜਿਵੇਂ ਉਂਗਲ ਤੇ ਪਾ ਕਰਕੇ ਘੁਮਾ ਕਰਕੇ ਚੱਕਰ ਛੱਡ ਦਿੱਤਾ ਜਾਂਦਾ, ਇਸ ਤੇ ਸੁਤੰਤਰ ਚੱਕਰ ਜਾ ਕਰਕੇ ਦੁਸ਼ਮਣ ਦੇ ਗਰਦਨ ਤੇ ਵੱਜਦਾ ਤੇ ਸਿਰ ਕੱਟ ਦਿੰਦਾ, ਇਹ ਸੁਤੰਤਰ ਹੈ। ਇਸੇ ਪ੍ਰਕਾਰ ਮੁਕਤ ਸ਼ਾਸਤਰ, ਜਿਸ ਨੂੰ ਮੁਕਤ ਨਹੀਂ ਕੀਤਾ ਜਾ ਸਕਦਾ। ਸ੍ਰੀ ਸਾਹਿਬ ਕਿਰਪਾਨ ਹੱਥ ਵਿੱਚ ਫੜ ਕੇ ਹੀ ਚਲਾਈ ਜਾਂਦੀ ਹੈ, ਕਦੇ ਚਲਾਵੀ ਨਹੀਂ ਮਾਰੀ ਜਾਂਦੀ। ਕਟਾਰ ਹੱਥ ਵਿੱਚ ਫੜ ਕੇ ਹੀ ਚਲਾਈ ਜਾਂਦੀ ਹੈ, ਚਲਾਵੀ ਨਹੀਂ ਮਾਰੀ ਜਾਂਦੀ। ਇਸ ਪ੍ਰਕਾਰ ਇਹ ਅਮੁਕਤ ਹੈ, ਜਿਸ ਨੂੰ ਮੁਕਤ ਨਾ ਕੀਤਾ ਜਾ ਸਕੇ, ਜਿਸ ਨੂੰ ਫੜ ਕੇ ਚਲਾਉਣਾ ਪਵੇ। ਤੇ ਤੀਸਰਾ ਹੈ ਸਾਧ ਸੰਗਤ ਜੀ ਮੁਕਤਾ ਮੁਕਤ। ਮੁਕਤਾ ਮੁਕਤ ਭਾਵ ਕੰਨੇ ਚੋਂ ਐੜਾ ਨਿਕਲੇਗਾ, ਮੁਕਤ ਅਮੁਕਤ। ਜਿਹੜਾ ਸ਼ਾਸਤਰ ਮੁਕਤ ਵੀ ਹੈ ਤੇ ਅਮੁਕਤ ਵੀ ਹੈ। ਜਿਵੇਂ ਬਰਸ਼ੀ ਹੈ, ਨੇਜਾ ਹੈ, ਭਾਲਾ ਹੈ, ਗੁਰਜ ਹੈ, ਇਹ ਹੱਥ ਵਿੱਚ ਫੜ ਕੇ ਵੀ ਮਾਰਿਆ ਜਾਂਦਾ ਤੇ ਦੂਰੋਂ ਚਲਾਵਾ ਵੀ ਮਾਰਿਆ ਜਾਂਦਾ। ਇਸ ਕਰਕੇ ਮੁਕਤ ਵੀ ਹੈ ਤੇ ਅਮੁਕਤ ਵੀ ਹੈ। ਤੇ ਚੌਥਾ ਹੈ ਸਾਧ ਸੰਗਤ ਜੀ, ਜੋ ਕਲਾ ਦੇ ਨਾਲ ਚੱਲਦਾ ਹੈ, ਜੰਤਰ ਸ਼ਾਸਤਰ। ਜਿਵੇਂ ਜਿਹੜਾ ਤੀਰ ਹੈ ਕਲਾ ਦੇ ਨਾਲ ਚੱਲਦਾ ਹੈ ਨਾ, ਕਮਾਨ ਦੀ ਤੰਦੀ ਤੇ ਚੜ੍ਹ ਕੇ ਚਲਾਇਆ ਜਾਂਦਾ ਹੈ। ਜਿਹੜੀ ਗੋਲੀ ਹੈ ਬੰਦੂਕ ਵਿੱਚ ਪਾ ਕਰਕੇ ਕਲਾ ਦੇ ਨਾਲ, ਡਿਵਾਈਸ ਦੇ ਨਾਲ, ਘੋੜੇ ਦੇ ਨਾਲ ਚਲਾਈ ਜਾਂਦੀ ਹੈ ਨਾ। ਇਸ ਪ੍ਰਕਾਰ ਜਿਹੜੀ ਚੀਜ਼ ਬਟਨ ਦੇ ਨਾਲ, ਘੋੜੇ ਦੇ ਨਾਲ, ਡਿਵਾਈਸ ਦੇ ਨਾਲ, ਜੰਤਰ ਦੇ ਨਾਲ ਚੱਲੇ, ਸੋ ਕਹੀਏ ਜੰਤਰ ਸ਼ਾਸਤਰ। ਇਹਨਾਂ ਵਿੱਚ ਤੀਰ, ਇਸੇ ਪ੍ਰਕਾਰ ਬੰਦੂਕ ਤੇ ਤੋਪ ਇਤਿਆਦਿਕ ਆਉਂਦੀ ਹੈ। ਤੇ ਇਸੇ ਹੀ ਪ੍ਰਕਾਰ ਇਹਨਾਂ 4 ਪ੍ਰਕਾਰ ਦੇ ਸ਼ਾਸਤਰਾਂ ਨੂੰ 2 ਸ਼੍ਰੇਣੀਆਂ ਵਿੱਚ ਫਿਰ ਵੰਡਿਆ ਗਿਆ ਹੈ। ਇੱਕ ਨੂੰ ਅਸਤਰ ਤੇ ਦੂਜੇ ਨੂੰ ਸ਼ਾਸਤਰ ਸੰਗਿਆ ਦਿੱਤੀ ਹੈ। ਜਿਹੜਾ ਹੱਥ ਵਿੱਚ ਪਕੜ ਕੇ ਚਲਾਇਆ ਜਾਵੇ ਉਹ ਸ਼ਾਸਤਰ ਹੈ, ਤੇ ਜਿਹੜਾ ਦੂਰੋਂ ਚਲਾਵਾ ਮਾਰਿਆ ਜਾਵੇ ਉਹ ਅਸਤਰ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅਸਤਰ ਸ਼ਾਸਤਰ ਸਾਰੇ ਹੀ ਗੁਰਸਿੱਖਾਂ ਦੇ ਜੀਵਨ ਦਾ ਅੰਗ ਬਣਾ ਦਿੱਤਾ।
ਹਿੱਸਾ ਬਣਾ ਦਿੱਤਾ। ਸਿੱਖਾ ਇਹ ਚੜ੍ਹਦੀ ਕਲਾ ਦੇ ਪ੍ਰਤੀਕ ਸ਼ਾਸਤਰ ਸਦਾ ਧਾਰਨ ਕਰਕੇ ਰੱਖਣੇ ਨੇ। ਸ਼ਾਸਤਰਹੀਣ ਨਾ ਕਬਹੂ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤੇ ਨੇ। ਸ੍ਰੀ ਮੁਖ ਭਨਿਓ ਗਰੀਬ ਨਿਵਾਜ, ਸ਼ਾਸਤਰਨ ਕੇ ਅਧੀਨ ਹੈ ਰਾਜ। ਜੋ ਨਾ ਧਰਹਿ ਤਿਸ ਬਿਗ੍ਰਹਿ ਕਾਜ, ਜਾਂ ਤੇ ਸਰਬ ਖਾਲਸਾ ਸੁਨਿਯਹਿ। ਸ਼ਾਸਤਰ ਧਰਬੋ ਉੱਤਮ ਗੁਣਿਯਹਿ। ਸਾਧ ਸੰਗਤ ਜੀ, ਕਲਗੀਧਰ ਸਾਹਿਬ ਜੀ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਅੱਜ ਸ਼ਾਸਤਰ ਪੂਜਨ ਦਾ ਦਿਵਸ ਹੈ। ਤੇ ਕਲਗੀਧਰ ਸਾਹਿਬ ਜੀ ਦੇ ਕਮਰ ਕਸੇ ਦੇ ਜਿਹੜੇ ਸ਼ਾਸਤਰ ਨੇ, ਜਿਵੇਂ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪ ਸੰਗਤਾਂ ਨੂੰ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਨੇ ਜਾਣੂ ਕਰਵਾਇਆ ਕਿ ਦੁਪਹਿਰ ਦੇ 12 ਵਜੇ ਕਲਗੀਧਰ ਸਾਹਿਬ ਜੀ ਦੇ ਕਮਰ ਕਸੇ ਦੇ ਸ਼ਾਸਤਰਾਂ ਦਾ ਜੋ ਪ੍ਰਕਾਸ਼ ਹੈ ਗਰੀਬ ਨਿਵਾਜ ਸਾਹਿਬ ਜੀ ਦੇ ਤਖਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰ ਸੁਨਮੁਖ ਕੀਤਾ ਜਾਵੇਗਾ। ਤੇ ਸਭਨਾਂ ਨੇ ਕਲਗੀਧਰ ਸਾਹਿਬ ਜੀ ਦੇ ਸ਼ਾਸਤਰਾਂ ਦੇ ਜੋ ਦਰਸ਼ਨ ਹਨ ਕਰਕੇ ਲਾਹੇ ਪ੍ਰਾਪਤ ਕਰਨੇ ਨੇ। ਗਰੀਬ ਨਿਵਾਜ ਸਾਹਿਬ ਜੀ ਦੇ ਬਚਨਾਂ ਨੂੰ ਕਮਾ ਕਰਕੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਅਧਿਕਾਰੀ ਬਣਨੇ ਦਾ ਯਤਨ ਕਰੀਏ। ਸਾਧ ਸੰਗਤ ਜੀ, ਜੋ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰਬਾਰ ਦੀ ਪਾਵਨ ਮਰਿਆਦਾ ਹੈ, ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਪਾਵਨ ਹਰ ਜਸ ਰੂਪ ਗੁਰਬਾਣੀ ਦੀ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਹੁਣ ਪ੍ਰੇਮਾ ਭਗਤੀ ਨੂੰ ਸਰਵਣ ਕਰਦੇ ਹਾਂ, ਹਰ ਜਸ ਸਰਵਣ ਕਰਦੇ ਹਾਂ। ਗੁਰ ਚਰਨਾਂ ਵਿਖੇ ਹਾਜ਼ਰੀਆਂ ਲਗਵਾ ਕਰਕੇ ਖੁਸ਼ੀਆਂ ਲੈਣ ਦਾ ਹੋਰ ਯਤਨ ਕਰਨਾ ਕਰੀਏ। ਰਸਨਾ ਦੀ ਪਵਿੱਤਰਤਾ, ਹਿਰਦੇ ਦੀ ਇਕਾਗਰਤਾ ਦੇ ਵਾਸਤੇ ਪਿਆਰ ਦੇ ਨਾਲ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਾਲਾ ਮਹੱਲਾ ਪੰਜਵਾ। ਗਰੀਬ ਨਿਵਾਜ ਧੀਰਜ ਧਾਰੀ ਪਰ ਉਪਕਾਰੀ, ਅੰਮ੍ਰਿਤ ਉਪਦੇਸ਼ ਦੇ ਕਰਤਾ, ਹਲਤ ਪਲਤ ਰੱਖਿਅਕ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਮਾਝ ਰਾਗ ਦੇ ਵਿੱਚੋਂ ਕਥਾ ਵਿਚਾਰ ਚੱਲ ਰਹੀ ਹੈ। ਗੌੜੀ ਰਾਗ ਹੈ, ਮਾਲਾ ਇਸ ਦਾ ਇੱਕ ਪ੍ਰਕਾਰ, ਇੱਕ ਜਾਤੀ ਹੈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ। ਸਾਧ ਸੰਗਤ ਜੀ, 2 ਦਿਨ ਪਹਿਲਾਂ ਜਿਹੜੀ ਕਥਾ ਵਿਚਾਰ ਹੋਈ ਸੀ, ਉਸ ਕਥਾ ਵਿਚਾਰ ਦੇ ਅੰਦਰ ਇੱਕ ਪਾਠੰਤਰ ਸੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ। ਪੁਰਾਤਨ ਸਮਿਆਂ ਦੇ ਅੰਦਰ ਹੱਥ ਲਿਖਤ ਸਰੂਪ ਹੋਇਆ ਕਰਦੇ ਤੇ ਹੱਥ ਦੇ ਨਾਲ ਹੀ ਉਤਾਰੇ ਕਰਿਆ ਜਾਇਆ ਕਰਦੇ ਸਨ। ਉਤਾਰਾ ਕਰਨ ਵੇਲੇ ਕਈ ਵਾਰ ਅੱਖਰ ਦਾ ਵਾਧਾ ਘਾਟਾ ਰਹਿ ਜਾਣਾ, ਸੁਧਾਈ ਕਰਨ ਵੇਲੇ ਉਹਨਾਂ ਨੂੰ ਸੋਧ ਲਿਆ ਜਾਂਦਾ ਸੀ ਤੇ ਕਈ ਵਾਰ ਸੁਧਾਈ ਵੇਲੇ ਵੀ ਉਹ ਅੱਖਰ ਛੁੱਟ ਜਾਂਦਾ, ਸੋਧ ਨਾ ਹੋਣੀ ਤੇ ਇੱਕ ਦੂਸਰੇ ਸਰੂਪ ਦੇ ਨਾਲ ਪਾਠ ਨਾ ਮਿਲਦਾ ਹੋਣ ਕਰਕੇ ਇਸ ਨੂੰ ਕਿਹਾ ਜਾਂਦਾ ਸੀ ਪਾਠੰਤਰ। ਜਿਹੜੇ ਅੱਜ ਪ੍ਰਚਲਿਤ ਸਰੂਪ ਨੇ, ਜੋ ਸੰਪਰਦਾਈ ਸਰੂਪ ਨੇ, ਇਸੇ ਪ੍ਰਕਾਰ ਜੋ ਦਮਦਮਾ ਸਾਹਿਬ ਵਾਲਾ ਸਰੂਪ ਹੈ, ਉਸ ਦੇ ਅੰਦਰ ਜੋ ਪੰਕਤੀ ਆ ਰਹੀ ਹੈ, ਸੰਪਤ ਹਰਖ ਨਾ ਆਪਤ ਦੁਖਾ, ਰੰਗ ਠਾਕੁਰੈ ਲਾਗਿਓ। ਪਰ ਇਹ ਜਿਹੜਾ ਪਾਵਨ ਹਸਤ ਲਿਖਤ ਸਰੂਪ ਹੈ, ਇਸ ਦੇ ਅੰਦਰ ਪਾਠ ਹੈ ਸੰਪਤ ਹਰਖ ਨਾ ਵਿਆਪਤ ਦੁਖਾ। ਸੋ 2 ਦਿਨ ਪਹਿਲਾਂ ਜਿਹੜੇ ਅਰਥ ਕੀਤੇ ਸਨ ਉਹ ਵਿਆਪਤ ਪਾਠ ਦੇ ਕੀਤੇ ਸਨ, ਜਦ ਕਿ ਸ਼ੁੱਧ ਪਾਠ ਜਿਹੜਾ ਹੈ ਉਹ ਸੰਪਤ ਹੈ। ਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ ਤੇ ਲਿਖਿਆ ਹੈ ਉਹੀ ਪਾਠ ਕਰਨਾ ਤੇ ਅਰਥ ਕਰਨਾ ਯੋਗ ਹੈ। ਉਸ ਦਿਨ ਵਿਆਪਤ ਅਰਥ ਹੋਇਆ ਸੀ। ਸਤਿਗੁਰੂ ਜੀ ਦੇ ਪਾਵਨ ਜੋ ਸ੍ਰੀ ਮੁਖਵਾਕ ਨੇ, ਸੰਪਤ ਇਹ ਅਰਥ ਨਹੀਂ ਸੀ ਹੋਇਆ। ਸੋ ਵਾਹਿਗੁਰੂ ਜੋ ਆਪਤ ਅਰਥ ਨਹੀਂ ਸੀ ਹੋਇਆ, ਵਿਆਪਤ ਹੋਇਆ ਸੀ। ਅੱਜ ਇਸ ਪੰਕਤੀ ਨੂੰ ਦੁਬਾਰਾ ਸੋਧ ਕਰਕੇ ਪੜ੍ਹ ਕਰਕੇ ਆਪਤ ਦਾ ਅਰਥ ਸਰਵਣ ਕਰਾਂਗੇ ਜੀ। ਸੰਪਤ ਹਰਖ ਨਾ ਵਿਆਪਤ ਦੁਖਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਤਮ ਪਦ ਦੀ ਅਵਸਥਾ ਨੂੰ ਕਥਨ ਕਰਨਾ ਕਰਦੇ ਨੇ ਕਿ ਇਹ ਆਤਮ ਪਦ ਦੀ ਅਵਸਥਾ ਐਸੀ ਹੈ, ਚਾਹੇ ਕਿਤਨੀ ਵੀ ਸੰਪਤੀ ਆ ਜਾਵੇ, ਮਾਇਆ ਆ ਜਾਵੇ, ਵਿਭੂਤੀ ਆ ਜਾਵੇ, ਉਹ ਆਤਮ ਪਦ ਦੇ ਜਿਹੜੇ ਅਧਿਕਾਰੀ ਨੇ ਉਹ ਹਰਖ ਕਿਸੇ ਪ੍ਰਕਾਰ ਉਤਸ਼ਾਹ ਦੇ ਸਹਿਤ ਨਹੀਂ ਹੁੰਦੇ, ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ ਹੀ ਲੀਨ ਰਹਿੰਦੇ ਨੇ। ਇਸੇ ਪ੍ਰਕਾਰ ਨਾ ਆਪਤ ਦੁਖਾ, ਜੇਕਰ ਸਰੀਰ ਦੇ ਉੱਪਰ ਕੋਈ ਦੁੱਖ ਆ ਜਾਵੇ, ਘਰ ਪਰਿਵਾਰ ਦੇ ਅੰਦਰ ਕੋਈ ਦੁੱਖ ਆ ਜਾਵੇ, ਦੁਨੀਆਦਾਰੀ ਦੇ ਪੱਖ ਤੋਂ ਕੋਈ ਘਾਟਾ ਪੈ ਜਾਵੇ, ਕੋਈ ਦੁੱਖਦ ਖਬਰ ਆ ਜਾਵੇ ਤੇ ਕਿਸੇ ਪ੍ਰਕਾਰ ਆਪਤ ਨਹੀਂ ਮੰਨਦੇ ਹਨ, ਵਿਪਤਾ ਨਹੀਂ ਮੰਨਦੇ ਹਨ, ਦੁੱਖ ਨਹੀਂ ਮੰਨਦੇ ਹਨ। ਭਾਵ ਦੁੱਖ ਸੁੱਖ ਦੇ ਵਿੱਚ ਦੋਵਾਂ ਹੀ ਅਵਸਥਾਵਾਂ ਦੇ ਅੰਦਰ
ਪਰਮਾਤਮਾ ਜੀ ਦੇ ਸ਼ੁਕਰਾਨੇ ਦੇ ਅੰਦਰ ਜੁੜੇ ਰਹਿੰਦੇ ਹਨ। ਇਹ ਆਤਮ ਪਦੀਆਂ ਦੀ, ਆਤਮ ਅਧਿਕਾਰੀਆਂ ਦੀ, ਗਿਆਨ ਅਰੂੜ ਅਵਸਥਾ ਵਾਲਿਆਂ ਦੀ ਮਨ ਦੀ ਦਸ਼ਾ ਹੋਇਆ ਕਰਦੀ ਹੈ। ਐਸਾ ਨਜ਼ਾਰਾ, ਐਸਾ ਕੌਤਕ ਉਹਨਾਂ ਦੇ ਹਿਰਦੇ ਦਾ ਹੋਇਆ ਕਰਦਾ ਹੈ। ਸਮਬਿਰਤੀ ਸਦਾ ਰਹਿਆ ਕਰਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਤਮ ਪਦ ਦੇ ਪਰਥਾਏ ਫਰਮਾਨ ਕਰਨਾ ਕੀਤਾ ਸੀ। ਜੋ ਸਾਹਿਬ ਜੀ ਅੱਜ ਉਪਦੇਸ਼ ਬਖਸ਼ ਰਹੇ ਨੇ, ਕੋਈ ਕਰਮ ਕਾਂਡਾਂ ਨੂੰ ਪਰਪੱਕਤਾ ਦੇ ਨਾਲ ਨਿਭਾਉਣ ਵਾਲਾ, ਕਰਮ ਕਾਂਡਾਂ ਦੀ ਫਿਲਾਸਫੀ ਵਾਲਾ ਵਿਦਵਾਨ ਸਤਿਗੁਰੂ ਜੀ ਦੇ ਕੋਲ ਆਇਆ ਹੈ ਤੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਮੈਂ ਤੇ ਆਪਣੇ ਗਿਆਨ ਦੇ ਸਹਿਤ ਇਹੀ ਜਾਣਨਾ ਕੀਤਾ ਹੈ ਕਿ ਜਿਹੋ ਜੇ ਜੀਵ ਕਰਮ ਕਰਦਾ ਹੈ ਉਹੋ ਜਿਹਾ ਫਲ ਭੋਗ ਲੈਂਦਾ ਹੈ। ਕਰਮਾਂ ਦਾ ਬੰਨਿਆ ਹੋਇਆ ਹੀ ਜੰਮਣ ਮਰਨ ਦੇ ਵਿੱਚ ਪੈਂਦਾ ਹੈ ਤੇ ਜਦੋਂ ਜੰਮਣ ਮਰਨ ਵਿੱਚ ਪੈ ਕਰਕੇ ਸੰਸਾਰ ਤੇ ਜਨਮ ਧਾਰਨ ਕਰਦਾ ਹੈ ਤੇ ਫਿਰ ਮਾਇਆ ਦੀ ਫਸਾਵਤ ਵਿੱਚ ਫਸ ਜਾਂਦਾ ਹੈ। ਜਦੋਂ ਮਾਇਆ ਦੀ ਫਸਾਵਤ ਫਾਹੀ ਵਿੱਚ ਫਸ ਜਾਂਦਾ ਤੇ ਉਸ ਦੇ ਪਾਸੋਂ ਨਿਕਲਿਆ ਨਹੀਂ ਜਾਂਦਾ। ਖੇਡ ਤੇ ਸਾਰੀ ਕਰਮਾਂ ਦੀ ਹੈ। ਪਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਮੁੱਢ ਨੂੰ ਪਕੜਦੇ ਨੇ। ਦੁਨਿਆਵੀ ਬੰਦਾ ਆਗ ਪਕੜਦਾ ਹੈ, ਸਤਿਗੁਰੂ ਜੀ ਮੁੱਢ ਨੂੰ ਪਕੜਦੇ ਨੇ। ਬਚਨ ਕਰਨਾ ਕੀਤਾ, ਹੈ ਪੰਡਤ ਜੀ, ਅਸਲ ਦੇ ਵਿੱਚ ਜਿਹੜਾ ਜੰਮਣ ਮਰਨ ਜੀਵ ਦਾ ਆਉਣਾ ਜਾਣਾ ਹੈ ਨਾ, ਇਹ ਤਾਂ ਆਵਨ ਜਾਨ ਇੱਕ ਖੇਲ ਬਣਾਇਆ। ਇਹ ਪਰਮਾਤਮਾ ਜੀ ਨੇ ਇੱਕ ਖੇਡ ਬਣਾਈ ਹੈ। ਸਾਧ ਸੰਗਤ ਜੀ, ਕਲਗੀਧਰ ਸਾਹਿਬ ਜੀ ਦਾ ਵੀ ਪਾਵਨ ਬਚਨ ਹੈ ਨਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ਾ ਹੈ, ਇਹ ਖੇਡ ਹੈ ਵਾਹਿਗੁਰੂ ਜੀ ਦੀ। ਸਾਹਿਬ ਜੀ ਫਰਮਾਉਂਦੇ ਨੇ, ਇਹ ਤੇ ਆਉਣ ਜਾਣ ਇੱਕ ਖੇਡ ਬਣਾਈ ਹੈ ਪ੍ਰਮਾਤਮਾ ਜੀ ਨੇ। ਇਹ ਕੇਵਲ ਤਾਂ ਕੇਵਲ ਕਰਮਾਂ ਦੀ ਗੱਲ ਨਹੀਂ, ਇਹ ਵਾਹਿਗੁਰੂ ਜੀ ਦੀ ਖੇਡ ਦੀ ਗੱਲ ਹੈ, ਉਸ ਦੀ ਬਖਸ਼ਿਸ਼ ਦੀ ਬਾਤ ਹੈ। ਤੇ ਪੰਡਤ ਨੂੰ ਭਰੋਸਾ ਨਹੀਂ ਆਉਂਦਾ, ਮਹਾਰਾਜ ਜੇ ਜੀਵ ਕਰਮ ਕਮਾਉਂਦੇ ਨੇ ਤੇ ਤਾਂ ਹੀ ਖੇਡ ਬਣੀ ਹੈ ਨਾ, ਜੇ ਕੋਈ ਕਰਮ ਹੀ ਨਾ ਕਮਾਵੇ ਤੇ ਖੇਡ ਕਾਦੀ ਬਣੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਪੰਡਤ ਨੂੰ ਸਵਾਲ ਕਰਦੇ ਨੇ, ਪੁੱਛਣਾ ਕਰਦੇ ਨੇ। ਜਦੋਂ ਜਵਾਬ ਨਹੀਂ ਆਉਂਦਾ ਫਿਰ ਬੇਨਤੀ ਕਰਕੇ ਆਪ ਜਵਾਬ ਪੁੱਛੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ। ਗਰੀਬ ਨਿਵਾਜ ਸਾਹਿਬ ਜੀ ਜਿਵੇਂ ਸੰਵਾਦ ਪੰਡਤ ਦੇ ਨਾਲ ਕਰ ਰਹੇ ਨੇ, ਸਰਵਣ ਕਰੀਏ ਜੀ। ਮੂਕਾਓ ਇਹ ਬਿਦ ਕੋ ਸਮਝਾਵੇ। ਹੇ ਪੰਡਤ ਜੀ, ਜਿਹੜੀ ਤੁਸੀਂ ਕਰਮਾਂ ਦੀ ਗੱਤ ਕਹਿਣਾ ਕਰਦੇ ਹੋ, ਇਹ ਕਰਮਾਂ ਦੀ ਜਿਹੜੀ ਵਿਧੀ ਹੈ, ਜਿਹੜੀ ਜੁਗਤ ਹੈ, ਸਾਨੂੰ ਕੋ ਕਿਸੇ ਤਰੀਕੇ ਦੇ ਨਾਲ ਅਥਵਾ ਕੋਈ ਸਮਝਾਉਣਾ ਤਾਂ ਕਰੇ, ਕੋਈ ਤੁਸੀਂ ਦੱਸਣਾ ਤਾਂ ਕਰੋ ਕਰਮਾਂ ਦੀ ਗਤੀ ਕਿਵੇਂ ਹੈ। ਕਰਤਾ ਹੋਏ ਜਨਾਵੇ। ਪਰ ਜਿਹੜਾ ਕਰਮਾਂ ਨੂੰ ਕਰਤਾ ਭੁਗਤਾ ਆਪ ਆਪਣੇ ਬਲ ਦੇ ਨਾਲ ਹੈ, ਉਹ ਜਨਾਵਣਾ ਕਰੇ, ਕੇਵਲ ਤਾਂ ਕੇਵਲ ਕਹਿਣ ਮਾਤਰ ਨਹੀਂ। ਕਿਉਂਕਿ ਕਰਨ ਕਰਾਵਨ ਹਾਰ ਸਭ ਕੁਝ ਪਰਮਾਤਮਾ ਜੀ ਆਪ ਨੇ। ਕਰਦੇ ਵੀ ਜੀਵਾਂ ਨੂੰ ਪੈਦਾ ਕਰਦੇ ਵੀ ਆਪ ਨੇ ਤੇ ਕਰਮਾਂ ਨੂੰ ਕਰਵਾਉਂਦੇ ਵੀ ਆਪ ਨੇ। ਜਿਹੜਾ ਕਰਤਾ ਭੁਗਤਾ ਦਾ ਅਭਿਮਾਨੀ ਆਪ ਆ, ਮੈਂ ਕਰਦਾ ਹਾਂ, ਜਿਹੜਾ ਐਸੀ ਧਾਰਨਾ ਦਾ ਧਾਰਨੀ, ਉਹ ਜਨਾਵਣਾ ਕਰੇ। ਰਹਾਉ ਵਿਸਰਾਮ ਦੇ ਕਰਕੇ ਗਰੀਬ ਨਿਵਾਜ ਫਰਮਾਉਂਦੇ ਹਨ ਜੀ, ਅਨਜਾਨਤ ਕਿਛ ਇਨਹਿ ਕਮਾਨੋ। ਸੱਚੇ ਪਾਤਸ਼ਾਹ ਇਹਨਾਂ ਨੇ ਕਰਮ ਕਮਾਏ ਤੇ ਤਾਂ ਹੀ ਬੰਧਨ ਪਏ ਨਾ ਜੰਮਣ ਮਰਨ ਦੇ। ਤੇ ਸਾਹਿਬ ਜੀ ਫਰਮਾਨ ਕਰਦੇ ਨੇ, ਤੂੰ ਅੱਜ ਦੀ ਗੱਲ ਨਾ ਕਰ, ਸ੍ਰਿਸ਼ਟੀ ਦੇ ਮੁੱਢ ਤੇ ਚਲੇ ਜਾ। ਜਦੋਂ ਸ੍ਰਿਸ਼ਟੀ ਰਚੀ ਗਈ, ਜਦੋਂ ਕੋਈ ਜੀਵ ਹੈ ਹੀ ਨਹੀਂ ਸੀ ਤੇ ਵਾਹਿਗੁਰੂ ਜੀ ਨੇ ਮੈਂ ਇੱਕ ਤੋਂ ਅਨੇਕ ਸਰੂਪ ਹੋ ਜਾਵਾਂ ਸੰਕਲਪ ਕੀਤਾ ਤੇ ਕਰੋੜਾਂ ਅਰਬਾਂ ਸੰਖਾਂ ਜੀਵ ਪੈਦਾ ਹੋ ਗਏ। ਤੇ ਜਦੋਂ ਜੀਵ ਪੈਦਾ ਹੋਏ ਨਾ, ਉਦੋਂ ਉਹਨਾਂ ਨੇ ਅਜੇ ਕੋਈ ਕਰਮ ਨਹੀਂ ਸੀ ਕੀਤਾ, ਕਿਉਂਕਿ ਪਹਿਲਾਂ ਹੈ ਹੀ ਨਹੀਂ ਸੀ। ਜਦੋਂ ਹੈ ਹੀ ਨਹੀਂ ਸੀ ਤੇ ਉਹਨਾਂ ਦਾ ਕੋਈ ਕਰਮ ਵੀ ਨਹੀਂ ਸੀ। ਜਦੋਂ ਉਹ ਧਰਤੀ ਦੇ ਉੱਪਰ ਆਏ ਹਨ ਤੇ ਜਿਹੜੇ ਕਰਮਾਂ ਨੂੰ ਕੀਤਾ ਅਣਜਾਣ ਪੁਣੇ ਚ ਹੀ ਕੀਤਾ ਹੈ। ਇਸੇ ਪ੍ਰਕਾਰ ਅਨਜਾਨਤ ਕਿਛ ਇਨਹਿ ਕਮਾਨੋ। ਇਹਨਾਂ ਜੀਵਾਂ ਨੇ ਕਿਛ ਜਿਹੜੇ ਕਰਮ ਕੀਤੇ ਨੇ ਅਣਜਾਣ ਪੁਣੇ ਚ ਕੀਤੇ ਸਨ। ਜਿਸ ਵੇਲੇ ਅਰਬਦ ਨਰਬਦ ਧੁੰਦੂਕਾਰਾ ਸੀ, ਇਕੱਲੇ ਪਰਮੇਸ਼ਰ ਜੀ ਸਨ, ਕੋਈ ਜੀਵ ਨਹੀਂ ਸਨ। ਪਰਮੇਸ਼ਰ ਜੀ ਨੇ ਜੀਵ ਪੈਦਾ ਕਰ ਦਿੱਤੇ ਤੇ ਜਦੋਂ ਜੀਵ ਪੈਦਾ ਹੋਏ ਧਰਤੀ ਤੇ ਆਏ ਤੇ ਅਣਜਾਣ ਸਨ। ਜਿਹੜੇ ਕੁਛ ਉਹਨਾਂ ਨੇ ਕਰਮ ਕੀਤੇ ਅਣਜਾਣ ਪੁਣੇ ਵਿੱਚ ਕੀਤੇ, ਉਹਨਾਂ ਨੂੰ ਧਰਮ ਦਾ ਮਾਰਗ ਦੱਸਣ ਵਾਲਾ ਉਸ ਵੇਲੇ ਕੋਈ ਨਹੀਂ ਸੀ। ਜਪ ਤਪ ਕਛੂ ਨ ਸਾਧਾ। ਇਸ ਕਰਕੇ ਉਹਨਾਂ ਪ੍ਰਾਣੀਆਂ ਨੇ ਨਾ ਕੋਈ ਜਪ ਕੀਤਾ, ਨਾ ਕੋਈ ਤਪ ਕੀਤਾ, ਨਾ ਕੋਈ ਜਪ ਸਾਧਿਆ, ਨਾ ਕੋਈ ਸਤ ਤਪ ਸਾਧਿਆ ਤੇ ਸਾਧਾ ਨਾ ਕੋਈ ਸਾਧਨਾ ਕੀਤੀ। ਉਹ ਜਪ ਤੋਂ ਵੀ ਹੀਣੇ ਰਹਿ ਗਏ, ਤਪ ਤੋਂ ਵੀ ਹੀਣੇ ਰਹਿ ਗਏ, ਸਾਧਨਾ ਤੋਂ ਵੀ ਖਾਲੀ ਰਹਿ ਗਏ, ਵਿਰਵੇ ਰਹਿ ਗਏ। ਦੇਹ ਦਿਸ ਲੈ ਇਹ ਮਨ ਦਵਰਾਇਓ। ਇਸ ਪ੍ਰਕਾਰ ਦੁਨੀਆ ਨੂੰ ਦੇਖਿਆ, ਸੰਸਾਰ ਨੂੰ ਦੇਖਿਆ, ਕੁਦਰਤ ਨੂੰ ਦੇਖਿਆ ਤੇ ਦਸਾਂ ਹੀ ਦਿਸ਼ਾਵਾਂ ਦੇ ਵਿੱਚ ਉਹਨਾਂ ਨੇ ਆਪਣੇ ਮਨ ਨੂੰ ਦੜਾਉਣਾ ਕੀਤਾ, ਕਿਉਂਕਿ ਕੋਈ ਸਮਝਾਉਣ ਵਾਲਾ ਨਹੀਂ ਸੀ। ਮਨ ਨੂੰ ਟਿਕਾਉਣ ਦੀ ਸਿੱਖਿਆ ਦੇਣ ਵਾਲਾ ਕੋਈ ਨਹੀਂ ਸੀ। ਦਸਾਂ ਹੀ ਦਿਸ਼ਾਵਾਂ ਦੇ ਅੰਦਰ 4 ਦਿਸ਼ਾ ਹੋ ਗਈਆਂ, 4 ਇਹਨਾਂ ਦੇ ਕੋਨੇ ਹੋ ਗਏ।
ਸਾਧ ਸੰਗਤ ਜੀ ਇੱਕ ਡੱਬਾ ਵਾਹ ਲਈਏ, ਜਾਂ ਕਾਪੀ ਹੈ, ਜਾਂ ਕੋਈ ਫੱਟੀ ਹੈ, ਜਾਂ ਕੋਈ ਬੋਰਡ ਹੈ, ਜਾਂ ਕੋਈ ਇਮਾਰਤ ਹੈ, ਕੋਈ ਕਮਰਾ, ਉਸ ਦੇ 4 ਕੋਨੇ ਨੇ ਨਾ, 4 ਉਸ ਦੀਆਂ ਦਿਸ਼ਾਵਾਂ ਨੇ, ਉੱਤਰ ਦੱਖਣ ਪੂਰਬ ਪੱਛਮ। ਇਸੇ ਪ੍ਰਕਾਰ ਨੈਰਤ ਕੋਣ, ਵੈਬ ਕੋਣ, ਅਗਨੀ ਕੋਣ, ਈਸਾਨ ਕੋਣ, 4 ਉਹਨਾਂ ਦੇ ਕੋਨੇ, 4 ਗੁੱਠਾਂ ਨੇ। 4 ਦਿਸ਼ਾਵਾਂ, 4 ਕੋਨੇ ਤੇ 2 ਦਿਸ਼ਾਵਾਂ ਹੋ ਗਈਆਂ, ਇੱਕ ਧਰਤੀ ਦੀ, ਇੱਕ ਆਕਾਸ਼ ਦੀ, ਇੱਕ ਉੱਪਰ ਤੇ ਇੱਕ ਥੱਲੇ। ਇਸ ਪ੍ਰਕਾਰ 4 ਦਿਸ਼ਾਵਾਂ, 4 ਕੋਨੇ, ਉੱਪਰ ਥੱਲੇ ਪਾ ਕੇ ਟੋਟਲ ਬਣਦੇ ਨੇ 10। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਮਝਾਉਣ ਵਾਲਾ ਕੋਈ ਹੈ ਨਹੀਂ ਸੀ। 10 ਹੀ ਦਿਸ਼ਾਵਾਂ ਦੇ ਵਿੱਚ ਉਹਨਾਂ ਨੇ ਆਪਣੇ ਮਨ ਨੂੰ ਭਟਕਾਇਆ ਹੈ, ਭਰਮਾਇਆ ਹੈ, ਭਜਾਇਆ ਹੈ, ਦੌੜਾਇਆ ਹੈ। ਕਵਨ ਕਰਮ ਕਰ ਬਾਧਾ। ਤੇ ਫਿਰ ਜੀਵ ਜਿਹੜੇ ਸੀ ਅੱਗੇ ਚੰਮਣ ਮਰਨ ਦੇ ਵਿੱਚ ਆ ਗਏ। ਹੁਣ ਦੱਸੋ ਉਹ ਜਿਹੜੇ ਸੀ ਉਹ ਕਿੰਨਾ ਕਰਮਾਂ ਕਰਕੇ ਬਚ ਗਏ? ਕਹਿਣ ਤੋਂ ਭਾਵ ਇਹ ਹੈ, ਜਿਹੜਾ ਕਰਮ ਅਣਜਾਣ ਪੁਣੇ ਵਿੱਚ ਕੀਤਾ ਹੋਵੇ, ਬੇਸਮਝੀ ਵਿੱਚ ਕੀਤਾ ਹੋਵੇ, ਉਹਦਾ ਦੋਸ਼ ਨਹੀਂ ਹੁੰਦਾ। ਜਿਵੇਂ ਛੋਟਾ ਬੱਚਾ ਹੈ, ਗੋਦੀ ਦਾ ਬੱਚਾ ਹੈ, ਮਾਂ ਦੇ ਮੁਖ ਤੇ ਚਪੇੜ ਵੀ ਮਾਰ ਦਿੰਦਾ, ਕਦੇ ਬਸਤਰਾਂ ਨੂੰ ਵੀ ਖਿੱਚ ਦਿੰਦਾ, ਕਦੇ ਕੇਸਾਂ ਨੂੰ ਵੀ ਖਿੱਚ ਦਿੰਦਾ, ਕਦੇ ਚੁੰਨੀ ਨੂੰ ਵੀ ਖਿੱਚ ਦਿੰਦਾ, ਹੈ ਤੇ ਸਾਰੇ ਅਪਰਾਧ। ਪਰ ਜੇ ਸਿਆਣਾ ਕਰੇ, ਸਮਝਦਾਰ ਕਰੇ। ਬਾਲਕ ਅਣਜਾਣ ਹੈ, ਉਸ ਨੂੰ ਸਮਝ ਨਹੀਂ। ਅਣਜਾਣ ਪੁਰੇ ਵਿੱਚ ਕੀਤਾ ਹੋਇਆ ਜਿਹੜਾ ਉਹਦਾ ਅਪਰਾਧ ਹੈ, ਸੋਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਮਾਤਾ ਸਾਰਿਆਂ ਚੋਂ ਇੱਕ ਨੂੰ ਵੀ ਚੇਤੇ ਨਹੀਂ ਰੱਖਦੀ, ਕਿਉਂਕਿ ਮਾਤਾ ਨੂੰ ਪਤਾ ਇਹ ਬੇਸਮਝ ਹੈ, ਇਸ ਨੂੰ ਸਮਝਾਉਣ ਦੀ ਲੋੜ ਹੈ। ਇਹ ਸਜ਼ਾ ਦਾ ਅਧਿਕਾਰੀ ਨਹੀਂ, ਇਹ ਪਿਆਰ ਦਾ ਅਧਿਕਾਰੀ ਹੈ। ਜਿਵੇਂ ਬੱਚੇ ਨੇ ਅਣਜਾਣ ਪੁਣੇ ਵਿੱਚ ਕਰਮ ਕੀਤਾ, ਸਜ਼ਾ ਦਾ ਹੱਕਦਾਰ ਨਹੀਂ। ਹੁਣ ਅਣਜਾਣ ਜੀਵ ਆਏ ਨੇ, ਸਿੱਖਿਆ ਦੇਣ ਵਾਲਾ ਕੋਈ ਹੈ ਨਹੀਂ ਸੀ, ਜਪ ਤਪ ਕੀਤਾ ਨਹੀਂ, 10 ਦਿਸ਼ਾਵਾਂ ਦੇ ਅੰਦਰ ਮਨ ਨੂੰ ਭਜਾਇਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਫਿਰ ਜਦੋਂ ਉਹ ਸਜ਼ਾ ਦੇ ਅਧਿਕਾਰੀ ਹੀ ਨਹੀਂ, ਤੇ ਫਿਰ ਕਿੰਨਾ ਕਰਮਾਂ ਕਰਕੇ ਉਹਨਾਂ ਨੂੰ ਜੰਮਣ ਮਰਨ ਦਾ ਅੱਗੇ ਬੰਧਨ ਪੈ ਗਿਆ। ਇਸੇ ਹੀ ਪ੍ਰਕਾਰ ਕਵਨ ਕਰਮ ਕਰ ਬਾਧਾ। ਕਵਨ ਕਿਹੜੇ ਕਰਮ ਸਨ ਜਿਹੜੇ ਕਰਤਾ ਭੋਗਤਾ ਕਰਕੇ ਹੰਗਤਾ ਦੇ ਸਹਿਤ ਸਨ, ਜਿੰਨਾ ਕਰਕੇ ਬਚ ਗਿਆ। ਭਾਵ ਉਦੋਂ ਕਰਮਾਂ ਕਰਕੇ ਨਹੀਂ ਬਚਾ। ਵਾਹਿਗੁਰੂ ਜੀ ਦੀ ਜਿਵੇਂ ਖੇਡ ਵਰਤੀ ਹੈ, ਜਿਵੇਂ ਕੌਤਕ ਹੋਣੇ ਸੀ, ਉਵੇਂ ਹੀ ਅਣਜਾਣ ਪੁਣੇ ਵਿੱਚ ਕਰਮ ਕੀਤੇ ਸਨ, ਗੁਨਾਹ ਕਰਕੇ, ਪਾਪ ਬਿਰਤੀ ਕਰਕੇ ਨਹੀਂ ਸਨ ਕੀਤੇ। ਮਨ ਤਨ ਧਨ ਭੂਮ ਕਾ ਠਾਕੁਰ। ਤੇ ਇੱਥੇ ਧਰਤੀ ਤੇ ਜਨਮ ਲੈ ਕਰਕੇ ਧਰਤੀ ਤੇ ਕਬਜ਼ਾ ਕਰ ਲਿਆ, ਪਟੇ ਲਿਖ ਲਏ, ਆਪਣਾ ਬਣਾ ਲਿਆ, ਤਨ ਨੂੰ ਹੀ ਆਪਣਾ ਸਮਝ ਲਿਆ, ਮਨ ਨੂੰ ਹੀ ਆਪਣਾ ਸਮਝ ਲਿਆ, ਤੇ ਭੂਮੀ ਦਾ ਆਪ ਠਾਕੁਰ ਸੁਆਮੀ ਮਾਲਕ ਬਣ ਕੇ ਬਹਿ ਗਿਆ। ਇਹ ਤਨ ਮੇਰਾ ਹੈ, ਇਹ ਧਨ ਮੇਰਾ ਹੈ, ਇਹ ਭੂਮੀ ਮੇਰੀ ਹੈ, ਹੰਗਤਾ ਧਾਰਨ ਕਰ ਲਈ। ਹਾਂ ਇਸ ਕਾ ਇਹ ਮੇਰਾ। ਤੇ ਬਚਨ ਕਰਦਾ ਹੈ, ਹਿਰਦੇ ਵਿੱਚ ਜਾਣਦਾ, ਇਹ ਤਨ ਮਨ ਧਨ ਭੂਮੀ ਮੇਰੀ ਹੈ, ਤੇ ਮੈਂ ਇਸ ਦਾ ਮਾਲਕ ਹਾਂ, ਮੈਂ ਇਸ ਦਾ ਸੁਆਮੀ ਹਾਂ, ਮੈਂ ਇਸ ਦਾ ਠਾਕੁਰ ਹਾਂ। ਭਰਮ ਮੋਹ ਕਛ ਸੂਝਸ ਨਾਹੀ। ਭਰਮਾਂ ਨੇ ਇਸ ਨੂੰ ਮੋਹਿਆ ਹੋਇਆ ਹੈ। ਭਰਮ ਹਿਰਦੇ ਵਿੱਚ ਸਰੂਪ ਦਾ ਪਿਆ, ਆਪਣੇ ਸਰੂਪ ਨੂੰ ਨਹੀਂ ਪਛਾਣਦਾ ਕਿ ਮੈਂ ਤਨ ਨਹੀਂ, ਮੈਂ ਮਨ ਨਹੀਂ, ਮੈਂ ਆਤਮ ਸਰੂਪ ਹਾਂ, ਨਹੀਂ ਜਾਣਦਾ। ਇਹ ਭੂਮੀ ਇਤਿਆਦਿਕ ਦਾ ਮਾਲਕ ਮੈਂ ਨਹੀਂ, ਇਸ ਦਾ ਮਾਲਕ ਪਰਮਾਤਮਾ ਹੈ, ਇਹ ਬਾਤ ਨਹੀਂ ਜਾਣਦਾ ਹੈ। ਇਸ ਕਰਕੇ ਭਰਮ ਅਤੇ ਮੋਹ ਦਾ ਮਾਰਿਆ ਹੋਇਆ ਜਿਹੜਾ ਜੀਵ ਹੈ, ਸੱਚ ਨੂੰ ਨਹੀਂ ਪਛਾਣਦਾ ਹੈ, ਕੁਛ ਇਸ ਨੂੰ ਸਮਝ ਨਹੀਂ ਆਉਂਦੀ। ਇਹ ਪੈਖਰ ਪਏ ਪੈਰਾ। ਤੇ ਇਸ ਦੇ ਪੈਰਾਂ ਨੂੰ ਇਹ ਪੈਖੜ ਪਏ ਹੋਏ ਨੇ। ਪੈਖੜ ਆਖਿਆ ਜਾਂਦਾ ਸਾਧ ਸੰਗਤ ਜੀ ਘੋੜੇ ਦੇ, ਹਾਥੀ ਦੇ ਪਿਛਲੇ ਪੈਰਾਂ ਨੂੰ ਜਿਹੜਾ ਰੱਸਾ ਜਾਂ ਸੰਗਲ ਪਾ ਕੇ ਬੰਨ੍ਹ ਦਿੱਤਾ ਜਾਂਦਾ, ਉਸ ਨੂੰ ਪੈਖੜ ਆਖਿਆ ਜਾਂਦਾ। ਤੇ ਜੀਵ ਦੇ ਮਨ ਅਤੇ ਬੁੱਧ ਰੂਪੀ ਪੈਰਾਂ ਨੂੰ ਇਹ ਭਰਮ ਅਤੇ ਮੋਹ ਰੂਪੀ ਪੈਖੜ ਪਏ ਹੋਏ ਨੇ, ਜਿਨ੍ਹਾਂ ਦੇ ਪਾਸੋਂ ਛੁੱਟਿਆ ਨਹੀਂ ਜਾਂਦਾ ਹੈ। ਤਬ ਇਹੋ ਕਹਾਂ ਕਮਾਵਨ ਪਰਿਆ। ਤੇ ਦੱਸਣਾ ਕਰੋ ਭਾਈ, ਜਦੋਂ ਸਮਝ ਹੀ ਕੋਈ ਨਹੀਂ ਸੀ, ਜਦੋਂ ਸਮਝ ਦੇਣ ਵਾਲਾ ਹੀ ਕੋਈ ਨਹੀਂ ਸੀ, ਆਤਮ ਵਿਸ਼ੈਣੀ ਮਤ ਹੀ ਕੋਈ ਨਹੀਂ ਸੀ, ਉਪਦੇਸ਼ ਕਰਤਾ ਹੀ ਕੋਈ ਨਹੀਂ ਸੀ, ਤੇ ਉਦੋਂ ਫਿਰ ਇਹ ਕਿਹੜੇ ਕਰਮਾਂ ਨੂੰ ਕਮਾਉਣ ਵਿੱਚ ਲੱਗਾ ਸੀ? ਪਹਿਲੇ ਜਨਮਾਂ ਦਾ ਕਰਮ ਹੈ ਕੋਈ ਨਹੀਂ ਸੀ। ਜੇ ਕਹਿਣਾ ਕਰੀਏ ਜੀ ਕਰਮਾਂ ਦਾ ਬੰਧਨ ਹੈ, ਪਹਿਲੀ ਵਾਰ ਜਨਮ ਹੋਇਆ ਤੇ ਭਰਮ ਤੇ ਮੋਹ ਦੇ ਬੰਧਨ ਪੈ ਗਏ, ਤੇ ਇਸ ਵੇਲੇ ਪਰਾਲਬਧ ਕੋਈ ਹੈ ਹੀ ਨਹੀਂ ਸੀ। ਪਹਿਲੇ ਜਨਮਾਂ ਦਾ ਕੋਈ ਲੇਖਾ ਹੀ ਹੈ ਨਹੀਂ ਸੀ। ਇਸ ਕਰਕੇ ਕਿਹੜੇ ਕਰਮਾਂ ਦੇ ਬੰਧਨਾਂ ਕਰਕੇ ਇਹ ਹੋਰ ਕਰਮਾਂ ਨੂੰ ਕਮਾਉਣ ਵਿੱਚ ਪਿਆ ਹੋਇਆ ਸੀ? ਪੰਡਤ ਜੀ ਦੱਸਣਾ ਕਰੋ। ਜਬ ਇਹੋ ਕਛੂ ਨਾ ਹੋਤਾ। ਜਦੋਂ ਇਹ ਕੁਝ ਹੁੰਦਾ ਹੀ ਨਹੀਂ ਸੀ, ਜਦੋਂ ਅਜੇ ਇਸ ਨੇ ਪਹਿਲਾਂ ਜਨਮ ਹੀ ਨਹੀਂ ਸੀ ਲਿਆ ਹੋਇਆ, ਜਦੋਂ ਕੇਵਲ ਤਾਂ ਕੇਵਲ ਇੱਕ ਨਿਰੰਕਾਰੀ ਹੋਇਆ ਕਰਦਾ ਸੀ, ਇਸ ਦਾ ਪਹਿਲਾਂ ਕੋਈ ਜਨਮ ਨਹੀਂ ਸੀ। ਤੇ ਪਹਿਲੇ ਜਨਮ ਵਿੱਚ ਆਇਆ, ਜੇ ਕਹੀਏ ਕਰਮ ਫਿਲਾਸਫੀ ਕਰਮਾਂ ਦੇ ਬੰਧਨ ਨੇ,
ਇਸ ਦੇ ਤੇ ਪਹਿਲਾਂ ਜਨਮਾਂ ਦਾ ਕੋਈ ਬੰਧਨ ਨਹੀਂ ਸੀ, ਕਿਉਂਕਿ ਪਹਿਲਾਂ ਜਨਮ ਹੀ ਕੋਈ ਨਹੀਂ ਸੀ ਹੋਇਆ। ਇਸੇ ਹੀ ਪ੍ਰਕਾਰ ਤਬ ਇਹੋ ਕਹਾਂ ਕਮਾਵ, ਕੇਵਲ ਇੱਕ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਪ੍ਰਮਾਤਮਾ ਹੀ ਸੀ। ਨਿਰੰਕਾਰ ਉਹ ਆਕਾਰ ਤੋਂ ਰਹਿਤ ਪ੍ਰਮਾਤਮਾ ਹੀ ਸੀ। ਜਿਸ ਵੇਲੇ ਪ੍ਰਭ ਸ਼ੁੱਧ ਭੂਮਾ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਕੇਵਲ ਤਾਂ ਕੇਵਲ ਇੱਕ ਆਪ ਹੀ ਸੀ। ਸਭ ਕਿਛ ਆਪ ਹੈ ਕਰਤਾ, ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਸੀ। ਉਦੋਂ ਪਹਿਲਾਂ ਕਿਸੇ ਜੀਵ ਨੇ ਕੋਈ ਕਰਮ ਨਹੀਂ ਸੀ ਕੀਤਾ ਹੋਇਆ। ਆਪ ਹੀ ਸਾਰੇ ਜੀਵਾਂ ਦਾ ਕਰਤਾ ਹੋ ਕਰਕੇ ਜੀਵਾਂ ਨੂੰ ਪੈਦਾ ਕੀਤਾ ਹੈ। ਆਪਣੇ ਕਰਤਬ ਆਪੇ ਜਾਣੈ, ਇਸ ਕਰਕੇ ਪੰਡਤ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਆਪਣੇ ਕਰਤੱਬਾਂ ਨੂੰ, ਆਪਣੇ ਕੌਤਕਾਂ ਨੂੰ, ਆਪਣੀਆਂ ਖੇਡਾਂ ਨੂੰ ਉਹ ਆਪ ਹੀ ਜਾਣਦਾ ਹੈ। ਜਿਨ ਇਹੋ ਰਚਨ ਰਚਾਇਆ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਦੀ ਰਚਨਾ ਨੂੰ ਰਚਾਇਆ ਹੈ, ਰਚਨਾ ਨੂੰ ਰਚਿਆ ਹੈ, ਸੰਸਾਰ ਨੂੰ ਉਤਪੰਨ ਕੀਤਾ ਹੈ, ਵਿੱਚ ਜੀਵਾਂ ਨੂੰ ਪੈਦਾ ਕੀਤਾ ਨਾ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੰਸਾਰ ਰੂਪੀ ਖੇਡ ਨੂੰ ਜਾਣਦਾ ਹੈ। ਹੋਰ ਉਸ ਦੀ ਖੇਡ ਨੂੰ ਕੋਈ ਨਹੀਂ ਜਾਣਦਾ ਹੈ। ਕਹੋ ਨਾਨਕ ਕਰਨਹਾਰ ਹੈ ਆਪੇ। ਤੇ ਫਿਰ ਬੇਨਤੀ ਕਰਨਾ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ, ਸਾਡੀ ਸਮਝ ਵਿੱਚ ਤੇ ਆਉਂਦਾ ਨਹੀਂ। ਜੇ ਜੀਵ ਕਰਮ ਨਹੀਂ ਕਰਦੇ ਪਰ ਜੰਮਣ ਮਰਨ ਵਿੱਚ ਹੈਗੇ ਨੇ, ਕਰਤਾ ਭੋਗਤਾ ਵਿਕਾਰ ਇਤਿਆਦਿਕ ਹੋਣ ਲੱਗੇ ਨੇ, ਪਹਿਲਾਂ ਕੋਈ ਹੈ ਹੀ ਨਹੀਂ ਸੀ, ਤੇ ਫਿਰ ਸ੍ਰਿਸ਼ਟੀ ਦਾ ਸਾਰਾ ਕਾਲ ਚੱਕਰ ਚੱਲ ਕਿਵੇਂ ਰਿਹਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਵਣਾ ਕਰਦੇ ਨੇ, ਪੰਡਤ ਜੀ ਇਹ ਸਾਰੀ ਖੇਡ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਹੈ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਜਿਨ੍ਹਾਂ ਨੂੰ ਮੁਕਤ ਕਰਨਾ ਪਾਉਂਦਾ ਹੈ, ਚਰਨਾਂ ਦੇ ਨਾਲ ਜੋੜ ਲੈਂਦਾ ਹੈ, ਸੰਸਾਰ ਦਾ ਕਾਲ ਚੱਕਰ ਚਲਾਉਣ ਵਾਸਤੇ ਭਰਮਾਉਣਾ ਪਾਉਂਦਾ, ਮੋਹ ਵਿਕਾਰਾਂ ਵਿੱਚ ਲਾ ਦਿੰਦਾ। ਇਹ ਸਾਰਾ ਕਾਲ ਚੱਕਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਪਣੇ ਹੁਕਮ ਦੇ ਅੰਦਰ ਚਲਾਇਆ ਹੋਇਆ ਹੈ। ਇਸੇ ਪ੍ਰਕਾਰ ਕਹੋ ਨਾਨਕ ਕਰਨਹਾਰ ਹੈ ਆਪੇ। ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਪੰਡਤ ਜੀ ਸਾਰੇ ਜੀਵਾਂ ਦਾ ਕਰਨਹਾਰ ਪ੍ਰਮਾਤਮਾ ਆਪ ਹੈ। ਮੁੱਢ ਤੋਂ, ਸ਼ੁਰੂ ਤੋਂ, ਆਰੰਭਤਾ ਤੋਂ। ਉਦੋਂ ਕਿਸੇ ਦਾ ਕੋਈ ਕਰਮ ਨਹੀਂ ਸੀ ਹੈਗਾ ਪੂਰਬਲਾ, ਕਿਸੇ ਦੀ ਵੀ ਪਰਾਲਬਧ ਨਹੀਂ ਸੀ। ਸਾਰਿਆਂ ਨੂੰ ਪ੍ਰਮਾਤਮਾ ਜੀ ਨੇ ਆਪ ਹੀ ਸਾਜ ਕਰਕੇ ਸੰਸਾਰ ਦੀ ਖੇਡ ਨੂੰ ਚਲਾਵਣਾ ਕੀਤਾ ਹੈ। ਸਤਿਗੁਰ ਪਰਮ ਚੁਕਾਇਆ। ਗਰੀਬ ਨਿਵਾਜ ਇਸ ਚੀਜ਼ ਦੀ ਸਾਨੂੰ ਸਮਝ ਕਿਵੇਂ ਆਵੇ? ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਪਿਆਰਿਆ ਇਸ ਗੱਲ ਦਾ ਜਿਹੜਾ ਭਰਮ ਹੈ ਉਹ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਚੁਕਾਇਆ ਜਾਂਦਾ ਹੈ। ਭਾਵ ਖਤਮ ਹੁੰਦਾ ਹੈ। ਜਦ ਤੱਕ ਸਤਿਗੁਰੂ ਜੀ ਦੀ ਕਿਰਪਾ ਨਾ ਹੋਵੇ ਉਦੋਂ ਤੱਕ ਇਹ ਭਰਮ ਨਹੀਂ ਮਿਟਦਾ ਹੈ। ਇਹ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ, ਦਇਆਲਤਾ ਕਰਕੇ ਹਿਰਦੇ ਚੋਂ ਭਰਮ ਕੱਢ ਦਿੰਦੇ ਨੇ ਕਿ ਜੀਵਾਂ ਨੂੰ ਆਦ ਸਮੇਂ ਤੋਂ ਜਦੋਂ ਕਿਸੇ ਦਾ ਕੋਈ ਕਰਮ ਹੀ ਨਹੀਂ ਸੀ ਉਦੋਂ ਪ੍ਰਮਾਤਮਾ ਜੀ ਨੇ ਪੈਦਾ ਕਰਨਾ ਕੀਤਾ ਹੈ ਤੇ ਆਪ ਹੀ ਆਪਣੀ ਇੱਛਾ ਦੇ ਅਨੁਸਾਰ ਕਾਲ ਚੱਕਰ ਬਣਾਇਆ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਸ ਕੌਤਕ ਦੀ ਸਮਝ ਆਉਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਮੁਕਤੀ ਕਿਵੇਂ ਹੋਵੇਗੀ? ਮੁਕਤੀ ਦਾ ਤੇ ਸਾਧਨ ਦੱਸਿਆ ਨਹੀਂ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਜੰਮਣ ਮਰਨ ਦਾ ਭਰਮ ਵੀ ਸਤਿਗੁਰੂ ਜੀ ਨੇ ਚੁਕਾ ਦਿੱਤਾ ਹੈ। ਇਹ ਪਾਪ ਪੁੰਨ ਦਾ ਭਰਮ ਵੀ ਸਤਿਗੁਰੂ ਜੀ ਨੇ ਹੀ ਚੁਕਾ ਦਿੱਤਾ ਹੈ। ਇਹ ਹੰਗਤਾ ਮਮਤਾ ਦਾ ਭਰਮ, ਇਹ ਕਰਤਾ ਭੋਗਤਾ ਦਾ ਭਰਮ ਸਤਿਗੁਰੂ ਜੀ ਨੇ ਜਿਨ੍ਹਾਂ ਦਾ ਚੁਕਾ ਦਿੱਤਾ ਹੈ ਨਾ, ਉਹ ਤਨ ਨੂੰ ਧਾਰਨ ਕਰਕੇ ਮਨ ਦੀ ਅਵਸਥਾ ਦੇ ਕਾਰਨ ਸਭ ਕੁਝ ਪਰਮੇਸ਼ਰ ਦਾ ਜਾਣਦੇ ਨੇ। ਉਹ ਧਨ ਭੂਮੀ ਦਾ ਸਵਾਮੀ ਆਪਣੇ ਆਪ ਨੂੰ ਨਹੀਂ, ਬਲਕਿ ਧਨ, ਤਨ, ਮਨ ਇਤਿਆਦਿਕ ਵਸਤੂਆਂ ਦਾ ਸਵਾਮੀ ਪ੍ਰਮਾਤਮਾ ਜੀ ਨੂੰ ਜਾਣ ਕੇ ਸਰੀਰ ਕਰਕੇ ਸਾਰੇ ਸੁੱਖ ਮਾਣਦਿਆਂ ਹੋਇਆਂ ਵੀ ਮੁਕਤ ਨੇ। ਉਹ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਜੀਵਨ ਪਦਵੀ ਪਾ ਲੈਂਦੇ ਨੇ, ਮੁਕਤ ਪਦਵੀ ਪਾ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਮੈਂ ਮੇਰੀ ਦੀ ਹੰਗਤਾ ਨਹੀਂ, ਪਰਮਾਤਮਾ ਜੀ ਨੂੰ ਸਵਾਮੀ ਜਾਣ ਕੇ ਆਪ ਦਾਸ ਬਣ ਕੇ ਰਹਿੰਦੇ ਨੇ। ਇਸ ਕਰਕੇ ਪਿਆਰਿਓ, ਉਹਨਾਂ ਦਾ ਤਨ ਵੀ ਸਫਲਾ, ਉਹਨਾਂ ਦਾ ਮਨ ਵੀ ਸਫਲਾ, ਉਹਨਾਂ ਦੀ ਬਾਣੀ ਵੀ ਸਫਲੀ। ਇਸੇ ਪ੍ਰਕਾਰ ਜੋ ਧਨ ਇਤਿਆਦਿਕ ਉਹਨਾਂ ਨੇ ਧਾਰਨ ਕੀਤਾ, ਵਰਤ ਲਿਆ, ਭੂਮੀ ਇਤਿਆਦਿਕ ਜੋ ਧਾਰਨ ਕੀਤੀ ਉਹ ਵੀ ਸਫਲੀ ਹੋ ਜਾਂਦੀ ਏ ਜਦੋਂ ਸਤਿਗੁਰੂ ਜੀ ਕਿਰਪਾਲਤਾ ਕਰਕੇ ਭਰਮ ਚੁਕਾ ਦਿੰਦੇ ਨੇ। ਤੇ ਗਰੀਬ ਨਿਵਾਜ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਰ ਵੇਲੇ ਜਪਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਰਸਨਾ ਕਰਕੇ ਨਾਮ ਜਪਿਆ, ਰਸਨਾ ਸਫਲੀ। ਸਰੀਰ ਕਰਕੇ, ਰੋਮ ਰੋਮ ਕਰਕੇ ਜਪਿਆ, ਸਰੀਰ ਸਫਲਾ। ਸਰੀਰ ਕਰਕੇ ਸੇਵਾ ਕੀਤੀ, ਸਰੀਰ ਸਫਲਾ। ਬਾਣੀ ਬਚਨਾਂ ਦੁਆਰਾ ਨਾਮ ਬੋਲਿਆ, ਬਾਣੀ ਸਫਲੀ। ਜਿਸ ਜਗ੍ਹਾ ਤੇ, ਘਰ ਵਿੱਚ, ਜ਼ਮੀਨ ਵਿੱਚ, ਜਿੱਥੇ ਵੀ ਬੈਠ ਕੇ ਜਪਿਆ ਉਹ ਭੂਮੀ ਵੀ ਸਫਲੀ ਹੋ ਜਾਂਦੀ ਏ। ਇਸ ਪ੍ਰਕਾਰ ਸਤਿਗੁਰੂ ਜੀ ਭਰਮ ਚਕਾਉਂਦੇ ਨੇ। ਸਤਿਗੁਰੂ ਜੀ ਨੇ ਉਤਪੰਨ ਕੀਤਾ ਹੈ ਤੇ ਸਤਿਗੁਰੂ ਜੀ ਹੀ ਆਪਣੇ ਅੰਦਰ ਅਭੇਦਤਾ ਬਖਸ਼ ਦਿੰਦੇ ਨੇ।
ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਕਰਮ ਫਿਲਾਸਫੀ ਦੇ ਉੱਪਰ ਉਟੰਕਣ ਕਰਕੇ ਉਸ ਨੂੰ ਸੱਚ ਦਾ ਪ੍ਰਕਾਸ਼ ਬਖਸ਼ ਕਰਕੇ ਸਾਰੇ ਜਗਤ ਨੂੰ ਜਨਾਵਣਾ ਕੀਤਾ ਹੈ। ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਮੁਕਤੀ ਦਾਤਾ ਨਹੀਂ। ਸ਼ਰਨ ਦੇ ਵਿੱਚ ਆ ਜਾਈਏ ਤੇ ਗਰੀਬ ਨਿਵਾਜ ਸਾਹਿਬ ਜੀ ਭਰਮ ਚੁਕਾ ਕਰਕੇ ਮੁਕਤ ਸਰੂਪ ਕਰ ਦਿੰਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਏ। ਸਤਿਗੁਰੂ ਜੀ ਦਾ ਪਾਵਨ ਇਤਿਹਾਸ ਆਪ ਸੰਗਤਾਂ ਦੇ ਨਜ਼ਰ ਕਰਦਿਆਂ ਅੰਮ੍ਰਿਤਮਈ ਗੁਰਬਾਣੀ ਦੀ ਅਖਰੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤਖਤਾਂ ਤੇ ਸੁਭਾਇਮਾਨ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁੱਦਾ ਗੱਦੀ ਤੇ ਸ਼ੋਭਨੀਕ ਜੀਓ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੀ ਸਮੂਹ ਖਾਲਸਾ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਦੇ ਅੰਦਰ ਧਾਰਨ ਦਾ ਯਤਨ ਕਰੀਏ, ਜਿਸ ਦੇ ਨਾਲ ਸਤਿਗੁਰੂ ਜੀ ਦੀ ਸਨਮੁਖਤਾ ਬਣੀ ਰਵੇ। ਗਰੀਬ ਨਿਵਾਜ ਸਾਹਿਬ ਜੀ ਕਿਰਪਾਲਤਾ ਕਰਕੇ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਸਿੱਧਕ ਭਰੋਸਾ ਬਖਸ਼ ਕਰਕੇ ਕਿਰਤਾਰਥ ਕਰਨ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਆਪਣੇ ਕਰਤਬ ਆਪੇ ਜਾਣੈ, ਜਿਨ ਇਹੋ ਰਚਨ ਰਚਾਇਆ। ਕਹੋ ਨਾਨਕ ਕਰਨ ਹਾਰ ਹੈ ਆਪੇ, ਸਤਿਗੁਰ ਭਰਮ ਚੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀ ਅਚੁਤ ਹੀ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निधान जाक सदा विवेक। हे अपरंपर हर हरे हर भी होवन हार।